ਇਹ ਹੈ ਕਰਨ ਦੇਵੀਗੜ੍ਹ ਵਾਲਾ ਤੇ ਲੱਕੀ ਨਿਊਜ਼ ਵਾਲਾ। ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਾਂ। ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਰਾਘਵ ਚੱਡਾ ਨੂੰ ਰਾਜ ਸਭਾ ਤੋਂ ਕੀਤਾ ਗਿਆ ਸਸਪੈਂਡ। ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀਆਂ ਅਤੇ ਪੰਚਾਇਤਾਂ ਨੂੰ ਕੀਤਾ ਗਿਆ ਭੰਗ। ਕੇਂਦਰ ਸਰਕਾਰ ਵੱਲੋਂ ਵੱਡਾ ਐਲਾਨ, ਸਸਤਾ ਹੋਵੇਗਾ ਕਣਕ ਝੋਨਾ, ਮਹਿੰਗਾਈ ਰੋਕਣ ਲਈ ਚੁੱਕਿਆ ਗਿਆ ਕਦਮ। ਸੁਖਪਾਲ ਸਿੰਘ ਖਹਿਰਾ ਇੱਕ ਵਾਰ ਫਿਰ ਹੋਇਆ ਮੰਤਰੀ, ਕਟਾਰੂ ਚੱਕ ਦੇ ਦੁਆਲੇ ਕੱਢ ਲਿਆ ਸਬੂਤ। ਹੁਣ ਖਬਰਾਂ ਵਿਸਤਾਰ ਨਾਲ। ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਅਤੇ ਰਾਜ ਸਭਾ ਮੈਂਬਰ ਰਾਘਵ ਚੱਡਾ ਨੂੰ ਰਾਜ ਸਭਾ ਤੋਂ ਸਸਪੈਂਡ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਆਪ ਦੇ ਦੂਜੇ ਸੰਸਦ ਮੈਂਬਰ ਸੰਜੇ ਸਿੰਘ ਦੀਆਂ ਵੀ ਮੁਸ਼ਕਲਾਂ ਘੱਟ ਨਹੀਂ ਹੋਈਆਂ, ਉਹਨਾਂ ਦਾ ਸਸਪੈਂਸ਼ਨ ਵੀ ਵਧਾ ਦਿੱਤਾ ਗਿਆ। ਆਮ ਆਦਮੀ ਪਾਰਟੀ ਦੇ ਦੋਵਾਂ ਨੇਤਾਵਾਂ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਦਾ ਫੈਸਲਾ ਆਉਣ ਤੱਕ ਰਾਜ ਸਭਾ ਤੋਂ ਸਸਪੈਂਡ ਕੀਤਾ ਗਿਆ। ਕਿਉਂ ਫਸੇ ਸਨ ਰਾਘਵ ਚੱਡਾ? ਆਮ ਆਦਮੀ ਪਾਰਟੀ ਆਪ ਦੇ ਸੰਸਦ ਮੈਂਬਰ ਰਾਘਵ ਚੱਡਾ ਤੇ ਦਿੱਲੀ ਸੇਵਾ ਬਿੱਲ ਲਈ ਪ੍ਰਸਤਾਵ 'ਚ ਫਰਜ਼ੀ ਦਸਤਖਤ ਦਾ ਦੋਸ਼ ਲੱਗਾ। ਦਰਅਸਲ 5 ਸੰਸਦ ਮੈਂਬਰਾਂ ਨੇ ਦਾਅਵਾ ਕੀਤਾ ਕਿ ਦਿੱਲੀ ਸੇਵਾ ਬਿੱਲ ਉਹਨਾਂ ਦੀ ਸਹਿਮਤੀ ਦੇ ਬਿਨਾਂ ਸਿਲੈਕਟਡ ਕਮੇਟੀ ਨੂੰ ਭੇਜਣ ਦੇ ਪ੍ਰਸਤਾਵ 'ਤੇ ਉਹਨਾਂ ਦੇ ਨਾਂ ਦਾ ਜ਼ਿਕਰ ਕੀਤਾ ਗਿਆ। ਇਸ ਪ੍ਰਸਤਾਵ 'ਤੇ ਆਪ ਦੇ ਸੰਸਦ ਮੈਂਬਰ ਰਾਘਵ ਚੱਡਾ ਨੇ ਪੇਸ਼ ਕੀਤਾ ਸੀ। ਵਿਰੋਧ ਦਰਜ ਕਰਾਉਣ ਵਾਲੇ 3 ਸੰਸਦ ਮੈਂਬਰ ਭਾਜਪਾ ਦੇ ਸਨ, 1 ਸੰਸਦ ਮੈਂਬਰ ਬੀਜੇਡੀ ਅਤੇ 1 ਸੰਸਦ ਮੈਂਬਰ ਡੀਐਮਕੇ ਦਾ ਸ਼ਾਮਲ ਸੀ। ਇਸ ਮੁੱਦੇ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਾਂਚ ਦੀ ਮੰਗ ਕੀਤੀ ਸੀ। ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀਆਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤੀਆਂ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਵਿੱਚ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਦੀ ਚੋਣ 25 ਨਵੰਬਰ 2023 ਤੱਕ ਕਰਵਾਉਣ ਅਤੇ ਪਿੰਡਾਂ ਦੀ ਪੰਚਾਇਤਾਂ ਦੀ ਚੋਣਾਂ 31 ਦਸੰਬਰ 2023 ਤੱਕ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਨ ਦੇ ਨਾਲ ਹੀ ਪੰਚਾਇਤੀ ਚੋਣਾਂ ਦਾ ਰਾਹ ਵੀ ਪੱਧਰਾ ਹੋ ਗਿਆ। ਭਾਵੇਂ ਚੋਣਾਂ ਸੰਬੰਧੀ ਅਜੇ ਤੱਕ ਕੋਈ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ, ਪਰ ਇਹ ਜ਼ਰੂਰ ਆਖਿਆ ਗਿਆ ਕਿ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਦੀ ਚੋਣ 25 ਨਵੰਬਰ 2023 ਅਤੇ ਪਿੰਡਾਂ ਦੀ ਪੰਚਾਇਤਾਂ ਦੀਆਂ ਚੋਣਾਂ 31 ਦਸੰਬਰ 2023 ਤੱਕ ਕਰਵਾਉਣ ਲਈ ਇਸ ਨੋਟੀਫਿਕੇਸ਼ਨ ਤੋਂ ਬਾਅਦ ਹੁਣ ਕਿਸੇ ਸਮੇਂ ਵੀ ਚੋਣਾਂ ਦੀ ਤਰੀਕਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਦੇਸ਼ ਵਿੱਚ ਇੰਨੇ ਦਿਨੀ ਕਣਕ ਅਤੇ ਚੌਲਾਂ ਦੀ ਕੀਮਤ ਵਿੱਚ ਤੇਜ਼ੀ ਨਾਲ ਵਾਧਾ ਹੋਇਆ, ਜਿਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਵੱਡਾ ਕਦਮ ਚੁੱਕਿਆ। ਕੇਂਦਰੀ ਖੁਰਾਕ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ 50 ਲੱਖ ਮੈਟ੍ਰਿਕ ਟਨ ਕਣਕ ਅਤੇ 25 ਲੱਖ ਮੈਟ੍ਰਿਕ ਟਨ ਚੌਲ ਪੈਦਾਵਾਰ ਵਿਕਰੀ ਲਈ ਖੁੱਲ੍ਹੇ ਬਾਜ਼ਾਰ ਵਿੱਚ ਉਤਾਰੇ ਜਾਣਗੇ। ਓਪਨ ਮਾਰਕੀਟ ਸੇਲ ਸਕੀਮ OMS ਦੇ ਤਹਿਤ ਨੀਲਾਮੀ ਰਾਹੀਂ ਕਣਕ ਮੰਡੀ ਵਿੱਚ ਵਿਕਰੀ ਲਈ ਆਵੇਗੀ। ਖੁਰਾਕ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਭਾਰਤੀ ਖੁਰਾਕ ਨਿਗਮ FCI ਓਪਨ ਮਾਰਕੀਟ ਨੀਲਾਮੀ ਤਹਿਤ 50 ਲੱਖ ਮੈਟ੍ਰਿਕ ਟਨ ਕਣਕ ਅਤੇ 25 ਲੱਖ ਮੈਟ੍ਰਿਕ ਟਨ ਚੌਲ ਨੀਲਾਮੀ ਰਾਹੀਂ ਵਿਕਰੀ ਲਈ ਖੁੱਲ੍ਹੇ ਬਾਜ਼ਾਰ ਵਿੱਚ ਉਤਾਰੇਗਾ। FCI ਦੁਆਰਾ ਚੌਲਾਂ ਲਈ ਪਿਛਲੀ 5 ਨੀਲਾਮੀ ਦੇ ਤਜਰਬੇ ਨੂੰ ਧਿਆਨ ਵਿੱਚ ਰੱਖਦੇ ਹੋਏ ਰਿਜ਼ਰਵ ਕੀਮਤ ਵਿੱਚ 200 ਰੁਪਏ ਪ੍ਰਤੀ ਕੁਆਂਟਲ ਦੀ ਕਟੌਤੀ ਕੀਤੀ ਜਾਵੇਗੀ ਅਤੇ ਪ੍ਰਭਾਵੀ ਕੀਮਤ ਹੁਣ 2900 ਰੁਪਏ ਪ੍ਰਤੀ ਕੁਆਂਟਲ ਹੋਵੇਗੀ। ਪਹਿਲਾਂ ਚੌਲਾਂ ਦੀ ਪ੍ਰਭਾਵੀ ਰਾਖਵੀ ਕੀਮਤ 3100 ਰੁਪਏ ਪ੍ਰਤੀ ਕੁਆਂਟਲ ਸੀ। ਕੇਂਦਰ ਸਰਕਾਰ ਨੇ 20 ਜੁਲਾਈ ਨੂੰ ਦੇਸ਼ ਵਿੱਚ ਗੈਰ ਬਾਸਮਤੀ ਸਫੈਦ ਚੌਲਾਂ ਦੀ ਬਰਾਮਦ ਤੇ ਪਾਬੰਦੀ ਲਗਾ ਦਿੱਤੀ ਸੀ। ਇਹ ਕਦਮ ਦੇਸ਼ ਵਿੱਚ ਚੌਲਾਂ ਦੀ ਵੱਧਦੀ ਮਹਿੰਗਾਈ ਦੇ ਮੱਦੇਨਜ਼ਰ ਚੁੱਕਿਆ ਗਿਆ। ਖਪਤਕਾਰ ਮਾਮਲਿਆਂ ਦੇ ਵਿਭਾਗ ਦੀ ਵੈਬਸਾਈਟ ਦੇ ਅਨੁਮਾਨ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਕਣਕ ਦੀ ਰੋਜ਼ਾਨਾ ਔਸਤ ਪ੍ਰਚੂਨ ਕੀਮਤ ਵਿੱਚ 6.12% ਅਤੇ ਥੋਕ ਮੁੱਲ ਵਿੱਚ 7.53% ਦਾ ਵਾਧਾ ਹੋਇਆ। ਇਸੇ ਤਰਜ਼ 'ਤੇ ਚੌਲਾਂ ਦੀ ਰੋਜ਼ਾਨਾ ਪ੍ਰਚੂਨ ਦੀ ਕੀਮਤ ਵਿੱਚ 12.82% ਅਤੇ ਥੋਕ ਮੁੱਲ 'ਚ 12.79% ਦਾ ਵਾਧਾ ਹੋਇਆ। ਅਗਲੇ ਸਾਲ ਦੇਸ਼ ਵਿੱਚ ਲੋਕ ਸਭਾ ਚੋਣਾਂ ਹੋਣੀਆਂ ਹਨ। ਅਜਿਹੇ 'ਚ ਸਰਕਾਰ ਮਹਿੰਗਾਈ ਨੂੰ ਲੈ ਕੇ ਪਹਿਲਾਂ ਹੀ ਪੂਰੀ ਤਰ੍ਹਾਂ ਚੌਕਸ ਹੈ ਅਤੇ ਸਮੇਂ 'ਤੇ ਇਸ ਨੂੰ ਰੋਕਣ ਲਈ ਕਦਮ ਚੁੱਕ ਰਹੀ ਹੈ। ਕਹਿੰਦੇ ਹਨ ਕਿ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਵੇਗੀ। ਭਗਵੰਤ ਮਾਨ ਜੀ ਆਹ ਚੱਕੋ ਆਪਣੇ ਕਟਾਰੂ ਚੱਕ ਦਾ ਇੱਕ ਹੋਰ ਨਜਾਇਜ਼ ਕਬਜ਼ਾ। ਸੁਖਪਾਲ ਸਿੰਘ ਖਹਿਰਾ ਕਟਾਰੂ ਚੱਕ ਦੇ ਨਜਾਇਜ਼ ਕਬਜ਼ੇ ਦੇ ਮੇਨ ਮੁੱਦੇ ਤੇ ਆਵਾਂ। ਉਸ ਤੋਂ ਪਹਿਲਾਂ ਜਿਹੜਾ ਇਹ 92 ਏਕੜ ਜਗ੍ਹਾ ਜਿਹੜਾ ਬਹੁਤ ਸ਼ੋਰ ਮਚਿਆ ਸਾਰੇ ਪੰਜਾਬ ਦੇ ਵਿੱਚ, ਸਾਰੀ ਦੁਨੀਆ ਦੇ ਵਿੱਚ, ਕਿ ਕਿਸ ਤਰ੍ਹਾਂ ਇੱਕ ਕਰਪਟ ਵੀਡੀਓ ਕੁਲਦੀਪ ਸਿੰਘ, ਜਿਹਨੂੰ ਪਿਛਲੇ 20 22 23 ਸਾਲ ਤੋਂ ਬਤੌਰ ਵੀਡੀਓ ਹੀ ਕੰਮ ਕਰ ਰਿਹਾ ਸੀ, ਉਹਦੇ ਤੇ ਮਲਟੀਪਲ ਪਰਚੇ ਦਰਜ ਸੀਗੇ
ਔਰ ਉਹਦੀਆਂ 2 ਡਿਪਾਰਟਮੈਂਟਲ ਇਨਕੁਆਇਰੀਜ਼ ਵਿੱਚ ਚਾਰਜ ਸ਼ੀਟ ਹੋਇਆ ਸੀ। ਇਦਾਂ ਦੇ ਭ੍ਰਿਸ਼ਟ ਅਫਸਰ ਨੂੰ 2 ਮਿਨਿਸਟਰਸ ਨੇ ਰਲ ਕੇ, ਕਟਾਰੂ ਚੱਕ ਜਿਹਦਾ ਕਿ ਆਪਣੀ ਪਠਾਨਕੋਟ ਜ਼ਿਲ੍ਹਾ ਔਰ ਉਹਦਾ ਬਲਾਕ ਸੀਗਾ, ਔਰ ਦੂਸਰਾ ਕੁਲਦੀਪ ਸਿੰਘ ਧਾਲੀਵਾਲ ਜਿਹੜਾ ਰੂਰਲ ਡਿਵੈਲਪਮੈਂਟ ਮਿਨਿਸਟਰ ਸੀ, ਇੰਚਾਰਜ ਸੀ, ਇੱਕ ਚੁਣ ਕੇ ਕਰਪਟ ਬੰਦੇ ਨੂੰ, ਇੱਕ ਬਿਲਕੁਲ ਰੱਦੀ ਬੰਦੇ ਨੂੰ ਲਿਆ ਕੇ ਉੱਥੇ ਲਾਇਆ ਗਿਆ। ਔਰ ਮੇਰਾ ਖਿਆਲ ਹੈ ਕਿ ਗਲਤ ਨਾ ਹੋਵਾਂ ਤਾਂ 22-23 ਫੈਬਰੂਰੀ ਨੂੰ ਉਹਨੂੰ ਪ੍ਰਮੋਟ ਕਰ ਦਿੱਤਾ ਗਿਆ। ਅਸੀਂ 2023 ਦੇ ਵਿੱਚ ਬਤੌਰ ਡੀਡੀਪੀਓ ਬਣਾਤਾ, ਤੇ ਡੀਡੀਪੀਓ ਬਣਾਉਣ ਤੋਂ ਬਾਅਦ ਉਹਨੂੰ ਅਗਲੇ 1-2 ਦਿਨ ਦੇ ਵਿੱਚ ਹੀ ਉਹਨੂੰ ਐਡੀਸ਼ਨਲ ਚਾਰਜ ਦੇ ਦਿੱਤਾ ਬਤੌਰ ਏਡੀਸੀ ਵਧੀਕ, ਏਡੀਸੀ ਡਿਵੈਲਪਮੈਂਟ ਪਠਾਨਕੋਟ। ਔਰ 2 ਛੁੱਟੀਆਂ ਆ ਗਈਆਂ ਵਿੱਚ 25-26 ਸ਼ਾਇਦ, ਤੇ 27 ਤਰੀਕ ਨੂੰ 92 ਏਕੜ ਜ਼ਮੀਨ ਪਿੰਡ ਗੋਲ, ਬਲਾਕ ਨਰੋਟ ਜੈਮਲ ਸਿੰਘ, ਜ਼ਿਲ੍ਹਾ ਪਠਾਨਕੋਟ ਦੀ ਬੇਸ਼ਕੀਮਤੀ 92 ਏਕੜ ਜ਼ਮੀਨ ਜਿਹੜੀ ਸੀਗੀ ਉਹ ਪੰਚਾਇਤ ਦੇ ਖਿਲਾਫ ਏਡੀਸੀ ਬਤੌਰ ਏਡੀਸੀ ਕੁਲਦੀਪ ਸਿੰਘ ਫੈਸਲਾ ਸੁਣਾ ਕੇ ਅਗਲੇ ਦਿਨ ਰਿਟਾਇਰ ਹੋ ਜਾਂਦਾ। ਇਹਦੇ ਨਾਲੋਂ ਵੱਡਾ ਕਪਲਾ, ਇਹਦੇ ਨਾਲੋਂ ਵੱਡੀ ਬੇਈਮਾਨੀ, ਇਹ ਜਿਹੜੇ ਕਹਿੰਦੇ ਕਿ ਅਸੀਂ ਬਦਲਾਵ ਲੈ ਕੇ ਆਉਣਾ, ਬਦਲਾਵ ਇਹ ਲੈ ਕੇ ਆਏ ਨੇ ਹੁਣ, ਕਿਉਂਕਿ ਇਦਾਂ ਦੇ ਕਰਪਟ ਅਫਸਰ ਨੂੰ ਪਿਛਲੀਆਂ, ਚਾਹੇ ਉਹ ਕਾਂਗਰਸ ਸਰਕਾਰ ਸੀ ਚਾਹੇ ਅਕਾਲੀ ਦਲ ਦੀ ਸਰਕਾਰ ਸੀ, ਕਿਸੇ ਨੇ ਉਹਨੂੰ ਮੌਕਾ ਨਹੀਂ ਦਿੱਤਾ, ਕਿਸੇ ਨੇ ਪ੍ਰਮੋਟ ਨਹੀਂ ਕੀਤਾ, ਕਿਸੇ ਨੇ ਏਡੀਸੀ ਨਹੀਂ ਬਣਾਇਆ, ਤੇ ਏਡੀਸੀ ਬਣਾ ਕੇ ਉਹਨੂੰ ਦੇ ਕੇ ਚਾਰਜ ਤੇ ਉਹ ਸਾਰੀ ਜ਼ਮੀਨ ਹੜਪ ਲਈ। ਔਰ ਜਿਹੜਾ ਇਹ ਕਟਾਰੂ ਚੱਕ ਹੈ, ਇਹ ਅਸਲ ਵਿੱਚ ਤੁਹਾਡਾ ਕੀ ਖਿਆਲ ਹੈ ਕਿ ਮਿਨਿਸਟਰ ਦੀ ਮਰਜ਼ੀ ਤੋਂ ਬਗੈਰ ਇਹਦੀ ਸਾਰਾ 92 ਏਕੜ ਦਾ ਲੈਂਡ ਸਕੈਮ ਹੋ ਗਿਆ ਪਿੰਡ ਗੋਲ ਦਾ? ਕੀ ਆਮ ਸਧਾਰਨ ਬੰਦਾ ਕਿਸੇ ਨੂੰ ਵੀਡੀਓ ਲਵਾ ਕੇ ਡੀਡੀਪੋ ਬਣਾ ਕੇ ਏਡੀਸੀ ਬਣਾ ਕੇ ਕਿਸੇ ਤੋਂ ਕਰਾ ਸਕਦਾ ਜ਼ਮੀਨ ਦੇ ਫੈਸਲਾ ਪੰਚਾਇਤ ਦੇ ਉਲਟ, ਜਾਣਦਿਆਂ ਹੋਇਆ ਕਿ ਸਾਰੇ ਐਸਟੈਬਲਿਸ਼ਡ ਨੋਰਮਸ, ਚਾਹੇ ਉਹ ਹਾਈ ਕੋਰਟ ਦੇ ਜਜਮੈਂਟਸ ਆ ਚਾਹੇ ਸੁਪਰੀਮ ਕੋਰਟ ਦੀਆਂ ਜਜਮੈਂਟਸ ਨੇ, ਉਹ ਸਾਰੀਆਂ ਪੰਚਾਇਤਾਂ ਦੇ ਹੱਕ ਵਿੱਚ ਦਿੰਦੀਆਂ। ਔਰ ਕਾਨੂੰਨ ਵਿਧਾਨ ਸਭਾ ਨੇ ਬਣਾਇਆ ਹੋਇਆ ਕਿ ਕਿਸੇ ਤਰ੍ਹਾਂ ਦਾ ਕੋਈ ਫੈਸਲਾ ਇਸ ਤਰ੍ਹਾਂ ਦੀ ਜ਼ਮੀਨ ਦਾ ਪੰਚਾਇਤ ਦੇ ਖਿਲਾਫ ਨਹੀਂ ਤੁਸੀਂ ਕਰ ਸਕਦੇ, ਕਰ ਦਿੱਤਾ। ਔਰ ਜਿਹੜੇ ਬੰਦੇ ਉਹ ਬੈਨੀਫੀਸ਼ਰੀ, ਜਿਹੜੇ ਹੁਣ ਵਿਜੀਲੈਂਸ ਨੇ FIR ਦਰਜ ਕੀਤੀ ਆ, ਸ਼ਾਇਦ FIR ਨੰਬਰ 25 ਕੇ 26 ਆ ਅੰਮ੍ਰਿਤਸਰ ਪੁਲਿਸ ਸਟੇਸ਼ਨ 'ਚ, ਉਹਦੇ ਜਿਹੜੀਆਂ 6-7 ਔਰਤਾਂ ਨੇ, ਉਹਦੇ 'ਚੋਂ ਇੱਕ ਔਰਤ ਆ ਸੋਮਰਾਜ, ਜਿਹੜਾ ਤੁਹਾਨੂੰ ਤਸਵੀਰ ਵਿੱਚ ਦਿਸੇਗਾ, ਇਹ ਉਹਦਾ ਖਾਸੋ ਖਾਸ ਬੰਦਾ ਸੋਮਰਾਜ, ਐਕਸ ਸਰਪੰਚ ਪਿੰਡ ਤਾਰਾਗੜ੍ਹ, ਹਲਕਾ ਸ਼ਾਇਦ ਭੋਆਈ ਆ, ਇਸ ਦੀ ਔਰਤ ਵੀ ਨਾਮਜ਼ਦ ਆ ਵਿੱਚ ਇਸ ਵਿੱਚ। ਔਰ ਇਹ ਜਿਹੜੀ ਮੈਂ ਤੁਹਾਨੂੰ ਸਨੈਪਸ਼ਾਟ ਦਿਖਾ ਰਿਹਾ, ਇਹ ਤੁਸੀਂ ਉਹਦੇ ਆਫੀਸ਼ੀਅਲ ਕਟਾਰੂ ਚੱਕ ਦੇ ਪੇਜ ਤੇ ਜਾਓਗੇ, ਉਹਨੇ ਆਪਣੇ ਪੇਜ ਤੇ ਤਸਵੀਰ ਸਾਂਝੀ ਕੀਤੀ ਹੋਈ ਹੈ। ਤੁਸੀਂ ਅੰਦਾਜ਼ਾ ਲਾ ਸਕਦੇ ਕਿ ਕਿੰਨਾ ਕਰੀਬੀ ਬੰਦਾ ਹੋਊਗਾ। ਇਹ ਅਸਲ 'ਚ ਇਹ ਸਾਰਾ ਜਿਹੜਾ ਘੁਟਾਲਾ, ਅਗਰ ਇਹਦੀ ਪ੍ਰੋਪਰ ਜਾਂਚ ਹੋਵੇ ਜੜ ਤੱਕ, ਤੇ ਇਹ ਜਿਹੜਾ ਸਾਰਾ ਕੀਤਾ ਹੀ ਘੁਟਾਲਾ ਜਿਹੜਾ ਲਾਲਚੰਦ ਕਟਾਰੂ ਚੱਕ ਨੇ ਆ, ਕਿਉਂਕਿ ਉਹ ਜਿਹੜੀ ਜ਼ਮੀਨ ਸੀ 92 ਏਕੜ, ਉਹ ਰਾਵੀ ਦਰਿਆ ਦੇ ਜਿਹੜਾ ਇਨਕੈਚਮੈਂਟ ਏਰੀਆ ਹੁੰਦਾ, ਜਿਹੜਾ ਕੈਚਮੈਂਟ ਏਰੀਆ ਦਰਿਆ ਦਾ, ਉਹਦੇ 'ਚੋਂ ਅਸਲ ਵਿੱਚ ਇਹਨਾਂ ਨੇ ਉੱਥੇ ਗੈਰ ਕਾਨੂੰਨੀ ਮਾਈਨਿੰਗ ਕਰਨੀ ਸੀਗੀ। ਔਰ ਲਾਲਚੰਦ ਕਟਾਰੂ ਚੱਕ ਦੇ ਪਹਿਲਾਂ ਵੀ ਗੈਰ ਕਾਨੂੰਨੀ ਮਾਈਨਿੰਗ ਵਾਲੇ ਬੰਦਿਆਂ ਦੇ ਨਾਲ ਬਹੁਤ ਸਾਰੇ ਤੁਲਕਾਤ ਨੇ। ਔਰ ਮੈਨੂੰ, ਅਗਰ ਮੈਂ ਸਬਜੈਕਟ ਟੂ ਕਰੈਕਸ਼ਨ ਹੋਊਗਾ, ਮੈਂ ਦੱਸ ਵੀ ਦਊਂਗਾ, ਇਹਨੂੰ ਇਲੈਕਸ਼ਨਾਂ ਦੇ ਦੌਰਾਨ ਵੀ ਜਿਹੜਾ ਮਾਈਨਿੰਗ ਮਾਫੀਆ ਸੀ ਉਹਨੇ ਸ਼ਾਇਦ ਇਹਨੂੰ ਗੱਡੀ ਵੀ ਲੈ ਕੇ ਦਿੱਤੀ ਕਟਾਰੂ ਚੱਕ ਨੇ। ਚਲੋ, ਸੋ ਮੇਰੀ ਇਹ ਭਗਵੰਤ ਮਾਨ ਤੋਂ ਮੰਗ ਆ ਕਿ ਇਦਾਂ ਦੇ ਕਰਪਟ ਮਿਨਿਸਟਰਸ ਨੂੰ ਕੋਈ ਅਧਿਕਾਰ ਨਹੀਂਗਾ ਇਸ ਤਰ੍ਹਾਂ ਤੁਹਾਡੀ ਕੈਬਨਿਟ ਵਿੱਚ ਰਹਿਣ ਨੂੰ, ਅਗਰ ਤੁਸੀਂ ਕਹਿੰਦੇ ਹੋ ਕਿ ਅਸੀਂ ਇਮਾਨਦਾਰਾਂ ਦੀ ਪਾਰਟੀ ਆ। ਤੇ ਅੱਜ ਦੂਸਰਾ ਮਸਲਾ ਜਿਹੜਾ ਮੇਨ ਹੈ, ਅੱਜ ਮੈਂ ਇੱਕ ਚਿੱਠੀ ਲਿਖੀ ਆ ਭਗਵੰਤ ਸਿੰਘ ਮਾਨ ਨੂੰ, ਚੀਫ ਮਿਨਿਸਟਰ ਨੂੰ। ਉਹਦੇ 'ਚ ਮੈਂ ਬਕਾਇਦਾ ਵੇਰਵਾ ਦੇ ਕੇ, ਬਕਾਇਦਾ ਖਸਰਾ ਨੰਬਰ ਦੇ ਕੇ, ਬਕਾਇਦਾ ਵੀਡੀਓ ਦੀ ਤਸਦੀਕਸ਼ੁਦਾ ਰਿਪੋਰਟ ਲਾ ਕੇ ਨਾਲ, ਆ ਵੀਡੀਓ ਦੀ ਰਿਪੋਰਟ ਆ ਮੇਰੇ ਹੱਥ ਵਿੱਚ, ਇਹ ਕਟਾਰੂ ਚੱਕ ਦਾ ਜਿਹੜਾ ਆਪਣਾ ਘਰ ਆ, ਪਿੰਡ ਕਟਾਰੂ ਚੱਕ, ਬਲਾਕ ਘਰੋਟਾ, ਜ਼ਿਲ੍ਹਾ ਪਠਾਨਕੋਟ, ਇਹ ਉਹਦਾ ਆਪਣਾ ਘਰ ਜਿਹੜਾ ਵਾ, ਆ ਉਹਦੀ ਤਸਵੀਰ ਹੈ ਉਹਦੇ ਘਰ ਦੀ, ਇਹ ਉਹਦਾ ਆਪਣਾ ਘਰ ਜਿਹੜਾ ਵਾ ਉਹ ਪੰਚਾਇਤ ਦੀ ਜਗ੍ਹਾ ਦੇ ਵਿੱਚ ਹੈ। ਸਾਰੀ ਦੁਨੀਆ ਤੋਂ ਕਬਜ਼ੇ ਛਡਾਉਂਦੇ ਫਿਰਦੇ ਨੇ, ਭੱਜੇ ਫਿਰਦੇ ਨੇ, ਅਗੇ 10,000 ਏਕੜ ਅਸੀਂ ਛਡਾ ਲਈ ਪੰਚਾਇਤ ਦੀ ਜਗ੍ਹਾ ਤੋਂ। ਲਓ ਭਗਵੰਤ ਸਿੰਘ ਮਾਨ, ਆ ਛਡਾ ਕੇ ਦਿਖਾ ਆਪਣੇ ਮਿਨਿਸਟਰ ਤੋਂ ਕਬਜ਼ਾ। ਔਰ ਇਸ ਰਿਪੋਰਟ ਦੇ ਮੁਤਾਬਕ ਇਹ ਜਿਹੜਾ ਘਰ ਆ, ਉਰਮਿਲਾ ਦੇਵੀ ਇਹਦੀ ਜਿਹੜੀ ਪਤਨੀ ਸਰਪੰਚ ਆ ਪਿੰਡ ਦੀ ਕਟਾਰੂ ਚੱਕ ਦੀ, ਇਹ ਜਿਹੜਾ ਘਰ ਹੈਗਾ ਵਾ, ਇਹ ਉਸ ਜਗ੍ਹਾ ਤੇ ਨਜਾਇਜ਼ ਕਬਜ਼ਾ, ਜਿਹੜਾ ਜਗ੍ਹਾ ਰਿਜ਼ਰਵ ਸੀਗੀ 5-5 ਮਰਲੇ ਗਰੀਬ ਦਲਿਤਾਂ ਦੇ ਮਕਾਨਾਂ ਦੇ ਵਾਸਤੇ। ਇਸ ਰਿਪੋਰਟ ਵਿੱਚ, ਵੀਡੀਓ ਦੀ ਰਿਪੋਰਟ ਵਿੱਚ ਇਹ ਦੱਸ ਰਿਹਾ ਕਿ, ਔਰ ਕੱਲਾ ਕਟਾਰੂ ਚੱਕ ਨਹੀਂ, ਇਹਦਾ ਆਪਣੇ ਜਿਹੜੇ ਭਰਾ, ਇਹਦੇ ਜਿਹੜਾ ਪਰਿਵਾਰ ਆ, ਉਹ ਸਾਰਿਆਂ ਨੇ ਉਹ ਜਿਹੜੀ ਜਗ੍ਹਾ ਪੰਚਾਇਤ ਵਾਸਤੇ 5-5 ਮਰਲੇ ਰੱਖੀ ਸੀ ਜਗ੍ਹਾ ਗਰੀਬਾਂ ਦੇ ਘਰਾਂ ਵਾਸਤੇ, ਉੱਥੇ ਆਪਣੇ ਘਰ ਬਣਾਏ ਨੇ, ਬਕਾਇਦਾ ਤੌਰ ਤੇ AC ਵਗੈਰਾ ਲੱਗੇ ਹੋਏ ਨੇ, ਸਾਰਾ ਕੁਝ ਵਧੀਆ ਮਕਾਨ, ਔਰ ਨਜਾਇਜ਼ ਕਬਜ਼ਾ ਪੰਚਾਇਤ ਦੀ ਜਗ੍ਹਾ ਦੇ ਉੱਤੇ। ਔਰ ਇਸਨੇ ਇਸ ਰਿਪੋਰਟ ਵਿੱਚ ਬਕਾਇਦਾ ਤੁਹਾਨੂੰ ਮੈਂ ਈਮੇਲ ਕਰ ਦੂੰਗਾ ਸਾਰੀ ਰਿਪੋਰਟ,
ਇਹਦੇ ਵਿੱਚ ਬਕਾਇਦਾ ਦੱਸਿਆ ਉਹਨਾਂ ਨੇ ਵੀਡੀਓ ਦੀ ਰਿਪੋਰਟ ਪਾਵਾਂਗੇ, ਥੋੜੀ ਪੁਰਾਣੀ ਰਿਪੋਰਟ ਆ, ਬਟ ਲੈਟ ਮੀ ਟੈਲ ਯੂ ਦੀ ਆਫੈਂਸਿਸ ਕੰਟੀਨਿਊਇੰਗ। ਅੱਜ ਵੀ ਕਟਾਰੂ ਚੱਕ ਦਾ ਘਰ ਉਸੇ ਸਰਕਾਰੀ ਜਗ੍ਹਾ ਦੇ ਉੱਤੇ ਬਣਿਆ ਹੋਇਆ ਵਾ ਜਿਹੜੀ ਜਗ੍ਹਾ ਪੰਚਾਇਤ ਨੇ 5-5 ਮਰਲੇ ਦਲਿਤਾਂ ਨੂੰ ਦੇਣ ਵਾਸਤੇ ਰੱਖੀ ਸੀ, ਔਰ ਇਹ ਮੈਂਸ਼ਨ ਕੀਤਾ ਕਿ ਅਲੋਟੀ ਨਹੀਂ ਗਏ। ਕੱਲ ਨੂੰ ਇਹ ਕਹਿ ਸਕਦਾ ਜੀ ਮੈਂ ਅਲੋਟਮੈਂਟ ਕਰਾਈ ਸੀਗੀ। ਆਹ ਵੀਡੀਓ ਦੀ ਰਿਪੋਰਟ ਵਿੱਚ ਸਾਫ਼ ਦਰਜ ਆ ਕਿ ਇਹ ਜਗ੍ਹਾ ਜਿਹੜੀ ਅਲੋਟ ਕੀਤੀ ਸੀ ਹੋਰਨਾਂ ਬੈਨੀਫੀਸ਼ੀਅਰੀਜ਼ ਨੂੰ, ਦਲਿਤਾਂ ਨੂੰ, ਗਰੀਬਾਂ ਨੂੰ, ਉਹਦੀ ਜਗ੍ਹਾ ਦੇ ਉੱਤੇ ਜਾ ਕੇ ਨਜਾਇਜ਼ ਕਬਜ਼ਾ ਕਰਕੇ ਇਹਨਾਂ ਨੇ ਆਪਣਾ ਘਰ ਬਣਾਇਆ ਹੋਇਆ। ਤਾਂ ਹੁਣ ਇੱਕ ਇਮਤਿਹਾਨ ਦੀ ਘੜੀ ਆ ਪੰਜਾਬ ਸਰਕਾਰ, ਭਗਵੰਤ ਮਾਨ ਵਿੱਚ, ਕੇਜਰੀਵਾਲ ਵਿੱਚ, ਬਦਲਾਓ ਪਾਰਟੀ ਵਿੱਚ, ਬੋਕਰ ਵਾਲੇ ਵਿੱਚ, ਫਰਜੀ ਇਨਕਲਾਬੀ, ਕਿ ਦੱਸੋ ਕੀ ਤੁਹਾਡਾ ਮਿਨਿਸਟਰ ਜਿਹੜਾ ਤੁਸੀਂ ਲੋਕਾਂ ਤੋਂ ਜ਼ਮੀਨਾਂ ਛਡਾਉਂਦੇ ਹੋ, ਕਿੱਲੇ 2-2 ਕਿੱਲੇ ਵਾਲਿਆਂ ਨੂੰ ਆ ਸਾਰੇ ਪੰਜਾਬ ਦੇ ਵਿੱਚ ਐਡਾ ਹਤਾਸ਼ ਕਰਕੇ, ਪਰੇਸ਼ਾਨ ਕਰਕੇ ਤੁਸੀਂ ਦੱਸ ਰਹੇ ਹੋ ਕਿ ਅਸੀਂ ਪੰਚਾਇਤਾਂ ਦੀਆਂ ਜ਼ਮੀਨਾਂ ਛਡਾ ਰਹੇ ਹੋ। ਕੀ ਕਟਾਰੂ ਚੱਕ ਦਾ ਘਰ ਜਿਹੜਾ ਪੰਚਾਇਤ ਦੀ ਜ਼ਮੀਨ ਦੇ ਉੱਤੇ ਪਿੰਡ ਉਹਦੇ ਕਟਾਰੂ ਚੱਕ ਦੇ ਵਿੱਚ ਹੈ, ਕੀ ਭਗਵੰਤ ਸਿੰਘ ਮਾਨ ਤੇ ਰੂਰਲ ਡਿਵੈਲਪਮੈਂਟ ਮਿਨਿਸਟਰ ਇਸ ਮਕਾਨ ਨੂੰ ਛਡਾਉਣਗੇ? ਕਿੰਨਾ ਪੁਰਾਣਾ ਕਬਜ਼ਾ ਹੈ? ਜਿੰਨਾ ਵੀ ਪੁਰਾਣਾ ਹੋਊਗਾ, ਮੇਰੇ ਖਿਆਲ ਹੈ ਜਿਹੜੀ ਵੀਡੀਓ ਦੀ ਰਿਪੋਰਟ ਹੈਗੀ ਆ, ਕਿਉਂਕਿ ਇਹਦੀ ਪਤਨੀ ਸਰਪੰਚ ਬਣੀ ਆ। ਜਦੋਂ ਉਰਮਿਲਾ ਦੇਵੀ ਸਰਪੰਚ ਬਣੀ ਤਾਂ 2019 ਦੇ ਵਿੱਚ ਉਹਦੀ ਇਲੈਕਸ਼ਨ ਪਟੀਸ਼ਨ ਹੋਈ ਆ, ਜਿਹੜੇ ਬੰਦੇ ਹਾਰੇ ਹੋਣਗੇ ਉਸ ਪਿੰਡ ਚੋਂ ਉਹਨਾਂ ਨੇ ਡੀਸੀ ਪਠਾਨਕੋਟ ਦੇ ਚੈਲੰਜ ਕੀਤੀ ਹੋਈ ਆ। ਸੋ ਕੋ ਬਹੁਤ ਪੁਰਾਣੀ ਵੀ ਨਹੀਂ ਗੀ ਗੱਲ, ਪੁਰਾਣੀ ਨਵੇਂ ਦੀ ਨਹੀਂ ਗੀ, ਅੱਜ ਵੀ ਘਰ ਉੱਥੇ ਬਰਕਰਾਰ ਹੈਗਾ। ਸੋ ਦੇ ਸੇ ਇਟਸ ਅ ਕੰਟੀਨਿਊਇੰਗ ਆਫੈਂਸ। ਅੱਜ ਵੀ ਉਹਦਾ ਜਿਹੜਾ ਕਟਾਰੂ ਚੱਕ ਦਾ ਘਰ ਹੈਗਾ ਉਹ ਸਰਕਾਰੀ ਜ਼ਮੀਨ, ਪੰਚਾਇਤ ਦੀ ਜ਼ਮੀਨ ਤੇ ਸਥਿਤ ਹੈ। ਤੇ ਹੁਣ ਜੇ ਭਗਵੰਤ ਮਾਨ ਇਸ ਮਕਾਨ ਦਾ ਕਬਜ਼ਾ ਨਹੀਂ ਛਡਾ ਸਕਦਾ, ਪਰਚਾ ਦਰਜ ਨਹੀਂ ਕਰ ਸਕਦਾ, ਕੱਢ ਨਹੀਂ ਸਕਦਾ ਵਜ਼ਾਰਤ ਚੋਂ, 10,000 ਕਿੱਲਾ ਜਿਹੜਾ ਛਡਾਇਆ ਗਰੀਬਾਂ ਦਾ ਪਿੰਡਾਂ 'ਚ ਜਾ ਕੇ, ਕਿੱਲਾ 2-2 4-4 ਕਿੱਲੇ, ਉਹ ਸਾਰੀ ਜ਼ਮੀਨ ਉਹਨਾਂ ਗਰੀਬਾਂ ਨੂੰ ਵਾਪਸ ਹੋਣੀ ਚਾਹੀਦੀ। ਇਹ ਮੇਰੀ ਮੰਗ ਆ। ਦੋਨਾਂ 'ਚ ਇੱਕ ਗੱਲ ਚੁਣ ਲਓ ਭਗਵੰਤ ਸਿੰਘ ਮਾਨ, ਜਾਂ ਤਾਂ ਇਹਨੂੰ ਕੱਢ ਕੇ ਤੇ ਪਰਚਾ ਦਰਜ ਕਰਕੇ ਤੇ ਇਹਨੂੰ ਨਜਾਇਜ਼ ਕਬਜ਼ਾ ਇਹਦਾ ਹਟਾਓ ਮਿਨਿਸਟਰ ਦਾ, ਕਟਾਰੂ ਚੱਕ ਦਾ, ਤੇ ਨਹੀਂ ਤੇ ਫਿਰ ਤੁਸੀਂ ਜਿਹੜੀ 10,000 ਏਕੜ ਜ਼ਮੀਨ ਦਾ ਤੁਸੀਂ ਦਾਅਵਾ ਕਰਦੇ ਹੋ ਕਿ ਅਸੀਂ ਜ਼ਮੀਨ ਛਡਾਈ ਆ, ਪੰਚਾਇਤਾਂ ਨੂੰ ਵਾਪਸ ਦਿੱਤੀ ਆ, ਉਹ ਸਾਰੀ ਜ਼ਮੀਨ ਵਾਪਸ ਉਹਨਾਂ ਨੂੰ ਦੇ ਦਿਓ। ਕਿਉਂਕਿ ਜੇ ਤੁਹਾਡਾ ਮਿਨਿਸਟਰ ਨਜਾਇਜ਼ ਕਬਜ਼ ਰਹਿ ਸਕਦਾ ਤੇ ਫਿਰ ਗਰੀਬ ਆਦਮੀ ਕਿੱਲੇ 2-3-4 ਕਿੱਲੇ ਵਾਲੇ ਪੰਚਾਇਤ ਨੂੰ ਜਿਹੜੀਆਂ ਜ਼ਮੀਨਾਂ ਵਾਹੁੰਦੇ ਨੇ, ਜ਼ਿਮੀਂਦਾਰ, ਗਰੀਬ ਆਦਮੀ, ਕੋਈ ਮਜ਼ਦੂਰ, ਉਹਨਾਂ ਨੂੰ ਵੀ ਵਾਹੁਣ ਦਾ ਅਧਿਕਾਰ ਆ। ਤੇ ਇੱਥੇ ਹੀ ਬਸ ਨਹੀਂ, ਜਿਹੜਾ ਇਸ ਤੋਂ ਪਹਿਲਾਂ ਉਹਦੀ ਵੀਡੀਓ ਆਈ ਹੈ, ਅਸ਼ਲੀਲ ਵੀਡੀਓ, ਜਿਹੜੀ ਮੈਂ ਸਿਰਫ ਸੋਸ਼ਲ ਮੀਡੀਆ ਤੇ ਇਸ ਕਰਕੇ ਨਹੀਂ ਸ਼ੇਅਰ ਕਰਨ ਦਿੱਤੀ ਕਿਉਂਕਿ ਇਹਦਾ ਬਹੁਤ ਮਾੜਾ ਇਫੈਕਟ ਪਵੇਗਾ। ਵੈਸੇ ਤਾਂ ਬਦਫੈਲੀ ਕਰਨਾ ਕਿਸੇ ਵੀ ਆਦਮੀ ਵਾਸਤੇ ਬਹੁਤ ਮਾੜੀ ਗੱਲ ਹੈ, ਲੇਕਿਨ ਇਹ ਤਾਂ ਬੰਦੇ ਨਹੀਂ ਛੱਡਦਾ। ਉਸ ਆਦਮੀ ਨੇ ਜਿਹੜੇ ਬਿਆਨ ਦਿੱਤੇ ਨੇ ਇਸ ਸ਼ਡਿਊਲ ਕਾਸਟ ਕਮਿਸ਼ਨ ਦੇ, ਇਹ ਆਪਣੇ ਕਮਿਊਨਿਸਟ, ਜਦੋਂ ਪਹਿਲਾਂ ਸੀ ਕਮਿਊਨਿਸਟ ਪਾਰਟੀ ਦਾ, ਆਪਣੇ ਦਫ਼ਤਰ ਗੁਰਦਾਸਪੁਰ ਬੁਲਾ ਕੇ ਉਸ ਨੌਜਵਾਨ ਦਾ ਸ਼ੋਸ਼ਣ ਕਰਦਾ ਰਿਹਾ, ਰਿਪੀਟਡਲੀ ਕਾਰਾਂ 'ਚ ਸ਼ੋਸ਼ਣ ਕਰਦਾ ਰਿਹਾ, ਉਹਨੂੰ ਸ਼ਰਾਬ ਪਿਲਾਉਂਦਾ ਰਿਹਾ ਵਾ। ਇਹਦੇ ਨਾਲ ਅਨੈਤਿਕ ਗੱਲ ਕੀ ਹੋ ਸਕਦੀ ਆ? ਪਰੰਤੂ ਭਗਵੰਤ ਮਾਨ ਤੇ ਜਿਹੜੇ ਕਹਿੰਦੇ ਸੀ ਅਸੀਂ ਤਾਂ ਜੇ ਇੱਕ ਅਲੱਗ ਤਰ੍ਹਾਂ ਦੀ ਪਾਰਟੀ ਲਿਆਂਦੀ ਆ, ਅਸੀਂ ਤਾਂ ਨੈਤਿਕਤਾ ਬੜੀ ਉੱਚੀ ਰੱਖਦੇ ਆ, ਸਾਡੇ ਲਈ ਜ਼ਿੰਦਗੀ ਵਿੱਚ ਕਦਰਾਂ ਕੀਮਤਾਂ ਬਹੁਤ ਮਿਆਰ ਦੀਆਂ ਹੋਣੀਆਂ ਚਾਹੀਦੀਆਂ ਸਾਡੀ ਪਾਰਟੀ ਵਿੱਚ ਬਣਨ ਵਾਸਤੇ, ਪਹਿਲਾਂ ਵੀਡੀਓਜ਼ ਨੂੰ ਅਣਗੌਲਿਆਂ ਕੀਤਾ। ਔਰ ਜਿਹੜੀ SIT ਬਣਾਈ 3 IPS ਅਫਸਰਸ ਦੀ, ਉਹਨਾਂ ਨੇ 1 ਮਹੀਨਾ ਕੱਖ ਨਹੀਂ ਕੀਤਾ। ਕਟਾਰੂ ਚੱਕ ਉਹਨਾਂ ਦੇ ਲਾਗੇ ਨਾਲ ਦੇ ਕਮਰੇ 'ਚ ਬਹਿੰਦਾ ਸੀਗਾ, ਉਹਨੂੰ ਬੁਲਾ ਕੇ ਇਹ ਵੀ ਨਹੀਂ ਪੁੱਛਿਆ ਕਿ ਆਹ ਵੀਡੀਓਜ਼ ਤੇਰੀਆਂ ਨੇ, ਉਹਨੂੰ ਕੋਈ ਇਨਵੈਸਟੀਗੇਟ ਨਹੀਂ ਕੀਤਾ, ਉਹਨੂੰ ਕੋਈ ਇੰਟਰੋਗੇਟ ਨਹੀਂ ਕੀਤਾ। ਤੇ 1 ਮਹੀਨੇ ਬਾਅਦ ਉਹ ਮੁੰਡੇ ਨੂੰ ਲੱਭ ਕੇ ਗਰੀਬ ਆਦਮੀ ਤੋਂ ਉੱਥੇ ਬਿਆਨ ਦਵਾਤੇ ਕਿ ਮੈਂ ਕੰਪਲੇਂਟ ਵਾਪਸ ਲੈ ਲਈ। ਲੈਟ ਮੀ ਟੈਲ ਯੂ ਵਨ ਥਿੰਗ, ਇੰਡੀਅਨ ਪੀਨਲ ਕੋਡ IPC ਇੰਡੀਆ ਦੀ, ਉਹ ਜਦ ਵੀ ਕੋਈ ਆਦਮੀ ਕੋਈ ਗੁਨਾਹ ਕਰਦਾ ਵਾ, ਉਹ ਗੁਨਾਹ ਸਟੇਟ ਦੇ ਖਿਲਾਫ ਹੁੰਦਾ ਵਾ। ਤੁਸੀਂ ਦੇਖੋਗੇ ਅਦਾਲਤਾਂ ਵਿੱਚ ਆਵਾਜ਼ਾਂ ਪੈਂਦੀਆਂ ਨੇ, ਕਟਾਰੂ ਚੱਕ ਬਨਾਮ ਸਟੇਟ, ਕਟਾਰੂ ਚੱਕ ਬਨਾਮ ਸਟੇਟ, ਗੁਰਦੇਵ ਸਿੰਘ ਬਨਾਮ ਸਟੇਟ। ਇਹ ਤਾਂ ਨਹੀਂ ਕਦੀ ਪੈਂਦੀ ਕਿ ਕਟਾਰੂ ਚੱਕ ਬਨਾਮ ਕੇਸ਼ਵ। ਇਸ ਕਰਕੇ ਗੁਨਾਹ ਅੱਜ ਵੀ ਪਬਲਿਕ ਡੋਮੇਨ 'ਚ ਆ। ਪਰ ਚਲੋ ਕੀ ਕਹਿੰਦੇ ਹੁੰਦੇ ਆ ਕਿ ਵੀ ਅਸੀਂ ਤਾਂ ਢੀਠ ਹਾਂ, ਹੁਣ ਢੀਠਪੁਣਾ, ਪਰ ਉਹ ਕੀ ਕਹਿੰਦੇ ਨੇ ਕਿ ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਵੇਗੀ। ਬੱਕਰਾ ਤੀਜੇ ਕੰਮ 'ਚ ਆ ਗਿਆ ਹੁਣ। ਬੱਕਰਾ ਇੱਕ ਵੀਡੀਓਜ਼ ਬਦਫੈਲੀ, ਦੂਸਰਾ 92 ਕਿੱਲੇ ਜ਼ਮੀਨ 'ਚ ਉਹਦਾ, ਉਹ ਤੋਂ ਬਗੈਰ ਤਾਂ ਹੋ ਹੀ ਨਹੀਂ ਸਕਦਾ ਇਹ। ਕੋਈ ਆਦਮੀ ਜਿਹੜਾ 2-3 ਦਿਨ 'ਚ ਉਹਨੂੰ ਪ੍ਰਮੋਸ਼ਨਾਂ ਦੇ ਕੇ ਲੱਭ ਕੇ ਲਿਆ ਕੇ ਜ਼ਮੀਨ ਕਰਾ ਕੇ, ਔਰ ਉਹਦੇ ਬੰਦੇ ਇਨਵੋਲਵ ਨੇ, ਸੋਮਰਾਜ ਵਗੈਰਾ। ਤੇ ਤੀਸਰਾ ਸਰਕਾਰੀ ਪੰਚਾਇਤੀ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ਾ ਰੱਖਣਾ। ਮੇਰਾ ਨਹੀਂ ਖਿਆਲ ਕਿ ਇਸ ਤੋਂ ਬਾਅਦ ਕੋਈ ਗੁੰਜਾਇਸ਼ ਰਹਿ ਜਾਂਦੀ ਆ ਸਰਕਾਰ ਦੇ ਕੋਲ ਕਿ ਇਸ ਤਰ੍ਹਾਂ ਦੇ ਕਰਪਟ ਆਦਮੀ ਨੂੰ, ਟੇਂਟਡ ਬੰਦੇ ਨੂੰ, ਮਿਸਕੰਡਕਟ ਕਰਨ ਵਾਲੇ ਆਦਮੀ ਨੂੰ, ਇਮੋਰਲ, ਅਨਐਥਿਕਲ, ਕੈਰੈਕਟਰਲੈਸ ਆਦਮੀ ਨੂੰ ਆਪਣੀ ਕੈਬਨਿਟ ਵਿੱਚ ਰੱਖਣਾ। ਸਾਨੂੰ ਤਾਂ ਕੋਈ ਇਤਰਾਜ਼ ਨਹੀਂ, ਰੱਖੀ ਚੱਲੋ।
ਸਾਨੂੰ ਤਾਂ ਹੋਰ ਮੌਕਾ ਮਿਲੇਗਾ, ਅਸੀਂ ਆਉਂਦੇ ਦਿਨਾਂ ਦੇ ਵਿੱਚ, ਆਉਂਦੇ ਮਹੀਨਿਆਂ ਦੇ ਵਿੱਚ ਕਟਾਰੂ ਚੱਕ ਵਿਧਾਨ ਸਭਾ ਦੇ ਅੰਦਰ ਬਾਹਰ ਕਟਾਰੂ ਚੱਕ ਕਰੀ ਜਾਣਾ ਵਾ। ਇਹ ਹੁਣ ਤੁਹਾਡੇ ਤੇ ਮੁਨੱਸਰ ਹੈ ਕਿ ਤੁਸੀਂ ਇਸ ਨੂੰ, ਪਰ ਮੈਂ ਚਿੱਠੀ 'ਚ ਮੰਗ ਕੀਤੀ ਕਿ ਇਹਨੂੰ ਤੁਰੰਤ ਬਰਖਾਸਤ ਕਰੋ ਕੈਬਨਿਟ 'ਚੋਂ ਔਰ ਇਹਦੇ ਖਿਲਾਫ ਬਣਦੀ ਕਾਰਵਾਈ ਕਰੋ ਤੇ ਇਹਦੇ ਘਰ ਦਾ ਨਜਾਇਜ਼ ਕਬਜ਼ਾ ਛੁਡਾਇਆ ਜਾਵੇ। ਇਹ ਮੇਰਾ ਅੱਜ ਦਾ ਮਸਲਾ ਸੀ। ਜੇ ਤੁਸੀਂ ਕੋਈ ਸਵਾਲ ਪੁੱਛਣਾ ਤਾਂ ਪੁੱਛ ਸਕਦੇ ਹੋ। ਜਿਵੇਂ ਤੁਸੀਂ ਜ਼ਿਕਰ ਕਰ ਰਹੇ ਕਿ ਨੌ ਸਿੱਖੀ ਨੇ ਮੰਤਰੀ ਸਾਰੇ, ਲੱਗਦਾ ਕਿ ਕਰਪਸ਼ਨ ਦੇ ਵਿੱਚ ਵੀ ਨੌ ਸਿੱਖਿਆ ਪਰ ਨਜ਼ਰ ਆ ਰਿਹਾ। ਪਾਰਡਨ? ਕਰਪਸ਼ਨ ਦੇ ਵਿੱਚ ਵੀ ਨੌ ਸਿੱਖਿਆ ਪਰ ਨਜ਼ਰ ਨਹੀਂ, ਕਰਪਸ਼ਨ ਤੁਸੀਂ ਮੈਨੂੰ ਦੱਸੋ ਕਿ ਕਿੱਥੇ ਹੱਦ ਖਤਮ ਹੋਈ ਹੈ? ਮੈਂ ਦੇਖਦਾ ਭਗਵੰਤ ਮਾਨ ਦੀਆਂ ਫੋਟੋਆਂ ਲੱਗੀਆਂ ਹੈ, ਥੱਲੇ ਲਿਖਿਆ ਪੰਜਾਬ ਭ੍ਰਿਸ਼ਟਾਚਾਰ ਮੁਕਤ ਕਰ ਦਿੱਤਾ। ਕਿੱਥੇ ਮੁਕਤ ਹੋਇਆ ਦੱਸਿਓ ਮੈਨੂੰ ਜ਼ਰਾ। ਸਾਰਾ ਗਮਾਡਾ, ਸਾਰਾ ਪੂਡਾ ਇਹੀ ਡਿਪਾਰਟਮੈਂਟ ਚੈੱਕ ਕਰਾ ਲਿਓ ਜਾ ਕੇ ਤੁਸੀਂ। ਮੇਰੇ ਬਹੁਤ ਸਾਰੇ ਨੋਨ ਆਦਮੀ ਨੇ ਜਿਹੜੇ ਪੈਸੇ ਦੇ ਕੇ ਅੱਜ ਵੀ ਕੰਮ ਕਰਾ ਰਹੇ ਨੇ, ਬਟ ਇਹ ਕਹਿੰਦੇ ਨੇ ਕਿ ਇਹ ਜਿਹੜਾ ਕਰਪਸ਼ਨ ਹੈਗਾ ਨਾ, ਇਟਸ ਅ ਟੂ ਵੇ ਕਨਵੀਨੀਅੰਸ। ਜਦੋਂ ਦੋਨੋਂ ਪਾਸੇ ਪਾਰਟੀਆਂ ਨੂੰ, ਹੁਣ ਜਿਹੜੇ ਬੰਦੇ ਨੇ ਆਪਣੀ ਕੋਈ ਕਲੋਨੀ ਦਾ CLU ਲੈਣਾ, ਕੋਈ ਬਿਲਡਿੰਗ ਦਾ CLU ਲੈਣਾ, ਕੋਈ ਕਾਲੋਨੀ ਪਾਸ ਕਰਾਉਣੀ ਆ, ਉਹ ਆਪਣੀ ਸਹੂਲਤ ਨੂੰ ਪੈਸੇ ਦਿੰਦਾ ਤੇ ਲੈਣ ਵਾਲਾ ਤਾਂ ਪਹਿਲਾਂ ਬੈਠਾ ਸਹੂਲਤ ਵਾਸਤੇ, ਤੇ ਸ਼ਿਕਾਇਤ ਕੌਣ ਕਰੂਗਾ? ਇਸੇ ਤਰ੍ਹਾਂ ਹੀ ਥਾਣਿਆਂ ਵਿੱਚ, ਤਹਿਸੀਲਾਂ ਦੇ ਵਿੱਚ ਬੇਤਹਾਸ਼ਾ ਇਹਨਾਂ ਦੇ MLAs ਤਾਂ ਰੋਜ਼ ਫੜੇ ਜਾਂਦੇ ਨੇ। ਇੱਕ ਹੋਰ ਕੀ ਕਰੇ ਕਰਪਸ਼ਨ, ਹੋਰ ਕੀ ਹੁੰਦੀ? ਜੇ ਸਰਬਜੀਤ ਕੌਰ ਮਾਣੂਕੇ ਇੱਕ NRI ਦੇ ਮਕਾਨ ਦੇ ਜਾਲੀ ਡਾਕੂਮੈਂਟ ਬਣਾ ਕੇ ਅੰਦਰ ਧੱਕੇ ਨਾਲ ਵੜ ਸਕਦੀ, ਇਹ ਕਰਪਸ਼ਨ ਨਹੀਂ ਤਾਂ ਹੋਰ ਕੀ? ਕਰਪਸ਼ਨ ਕੀ ਹੁੰਦੀ ਹੈ? ਇਹਨਾਂ ਦਾ ਇੱਕ MLA ਜੋ ਗੋਲਡੀ ਕੰਬੋਜ ਜਲਾਲਾਬਾਦ ਬੱਸ ਅੱਡੇ ਦੀ ਜਗ੍ਹਾ ਦੇ ਵਿੱਚ ਆਪਣਾ ਘਰ ਬਣਾਇਆ ਹੋਇਆ, ਇਹ ਕਰਪਸ਼ਨ ਨਹੀਂ ਗੀ ਤੇ ਹੋਰ ਕੀ ਹੈਗਾ ਵਾ? ਇਹਨਾਂ ਦੇ ਹੋਰ MLAs ਜਿਹੜੇ ਨੇ ਜੋ ਉਹ ਕੀ ਕਹਿੰਦੇ ਨੇ ਕਿ ਨਿਤ ਦਿਨ ਉਹਨਾਂ ਦੇ ਸਕੈਂਡਲ ਆਉਂਦੇ ਨੇ, ਉਹ ਕਰਪਸ਼ਨ ਨਹੀਂ ਤੇ ਹੋਰ ਕੀ ਹੈ? ਇੱਕ ਇਹਨਾਂ ਦਾ MLA ਇੱਕ ਪੱਤਰਕਾਰ ਨੂੰ ਚਪੇੜਾ ਮਾਰਦਾ, ਕੁੱਟਦਾ ਫੜਿਆ ਗਿਆ, ਫਿਰ ਕਹਿੰਦਾ ਮੇਰੇ ਦਾ CCTV ਖਰਾਬ ਹੈ ਜੀ। ਜੇ MLA ਦੇ ਘਰ ਦੇ CCTV ਖਰਾਬ ਆ ਤੇ ਫਿਰ ਚੱਲਣਗੇ ਕਿਹਦੇ ਘਰ ਦੇ? ਉਹ CCTV ਦੇ ਵਿੱਚ ਕੁੱਟਮਾਰ ਦੀ ਫੁਟੇਜ ਹੈਗੀ ਆ, ਤੇ ਇਸ ਕਰਕੇ ਸਿਰਫ ਕਿਉਂਕਿ ਉਹਨਾਂ ਨੂੰ ਪਤਾ ਕਿ ਮੇਰੇ ਕੋਲ ਕੋਈ ਹੋਰ ਰਾਹ ਨਹੀਂਗਾ, ਮੈਂ ਝੂਠ ਬੋਲਦਾ। ਝੂਠ ਵੀ ਬੋਲਦੇ ਨੇ, ਬੇਸ਼ਰਮ ਵੀ ਬਹੁਤ ਨੇ, ਢੀਠ ਵੀ ਬਹੁਤ ਨੇ। ਇਹਨਾਂ ਦੇ ਜਿੰਨੇ ਐਡਜੈਕਟਿਵਸ ਅੰਗਰੇਜ਼ੀ ਦੇ ਐਡ ਕੀਤੇ ਜਾ ਸਕਣ ਉਨੇ ਘੱਟ ਹੈਗੇ ਆ। ਸੋ ਮੈਂ ਕਹਿਣਾ, ਇੱਕ ਮੈਂ ਇਹਦੇ ਚ ਐਡ ਕਰ ਦਿਆਂ ਕਿ ਤੁਸੀਂ ਦੇਖਿਆ ਸਭ ਨੇ ਕਿ ਪਿਛਲੇ ਦਿਨਾਂ 'ਚ ਐਨੀਮਲ ਹਸਬੈਂਡਰੀ ਡਿਪਾਰਟਮੈਂਟ ਦੇ ਵਿੱਚ 404 ਵੈਟਰਨਰੀ ਇੰਸਪੈਕਟਰਸ ਦੀ ਭਰਤੀ ਕੀਤੀ ਗਈ ਆ। ਉਹ ਮੈਂ ਲਿਸਟ ਆਪਣੇ ਸੋਸ਼ਲ ਮੀਡੀਆ ਤੇ ਛਾਇਆ ਕਰਤੀ। 134 ਜਿਹੜੇ ਨੇ ਉਹ ਹਰਿਆਣੇ ਤੇ ਰਾਜਸਥਾਨ ਦੇ ਕੈਂਡੀਡੇਟ ਭਰਤੀ ਕੀਤੇ ਨੇ। 134 ਜਿਹੜੇ ਰੋਜ਼ ਦੂਜਿਆਂ ਨੂੰ ਗਾਲਾਂ ਕੱਢਦੇ ਹੁੰਦੇ ਸੀ, ਵਾਇਲੈਂਟ ਆਪੋਜੀਸ਼ਨ। 134 ਕੈਂਡੀਡੇਟ ਹਰਿਆਣੇ ਦੇ, ਕੋਈ ਹਿਸਾਰ ਦਾ ਰਹਿਣ ਵਾਲਾ, ਕੋਈ ਜੀਂਦ ਦਾ ਰਹਿਣ ਵਾਲਾ, ਕੋਈ ਗੰਗਾਨਗਰ ਦਾ ਰਹਿਣ ਵਾਲਾ, ਕੋਈ ਪਤਾ ਨਹੀਂ ਕਿੱਥੋਂ ਦਾ ਰਹਿਣ ਵਾਲਾ ਰਾਜਸਥਾਨ ਦਾ। ਤੇ ਸਾਡੇ ਨੌਜਵਾਨ ਉਹ ਵਿਦੇਸ਼ਾਂ 'ਚ ਧੱਕੇ ਖਾ ਰਹੇ ਨੇ, ਕੈਨੇਡਾ ਜਾ ਰਹੇ ਨੇ, ਉੱਥੇ ਥੱਲੇ ਗੁਰਦੁਆਰਿਆਂ 'ਚ ਵਿਚਾਰਿਆਂ ਨੂੰ ਲੰਗਰ ਖਾਣਾ ਪੈ ਰਿਹਾ, ਨੌਕਰੀਆਂ ਉੱਥੇ ਵੀ ਨਹੀਂ ਮਿਲ ਰਹੀਆਂ। ਸੋ ਇਹ ਇਹਨਾਂ ਦੀ ਸਰਕਾਰ ਹੈ ਜਿਹੜੀ ਕਹਿੰਦੀ ਕੁਛ ਸੀ ਤੇ ਕਰਦੀ ਕੁਛ ਸੀ। ਔਰ ਲਾਮ ਲਸ਼ਕਰ ਉਹਦਾ ਹੁਣ ਐਂਡ ਹੀ ਹੋ ਗਿਆ ਵਾ। ਮਤਲਬ ਸਾਡੇ ਦੇ ਪਰਚੇ ਦਰਜ ਕੀਤੇ ਗਏ ਛੋਟੀ ਛੋਟੀ ਗੱਲ ਦੇ ਉੱਤੇ। ਮੇਰੇ ਖਿਲਾਫ ਜਿਹੜਾ ਲੇਟੈਸਟ FIR ਦਰਜ ਕੀਤੀ ਆ, 51 ਸਾਲ ਪੁਰਾਣਾ ਰਿਕਾਰਡ ਕੱਢ ਕੇ, ਜਿਹੜੀ ਜਦੋਂ ਮੇਰੀ ਉਮਰ ਸਿਰਫ 5-6 ਸਾਲ ਦੀ ਸੀਗੀ, ਜਿਹੜੇ ਤਬਾਦਲੇ ਮੇਰੇ ਪਰਿਵਾਰ ਵਿੱਚ ਮੇਰੇ ਆਪਣੀ ਸਕੀ ਭੈਣ ਨਾਲ ਹੋਏ ਜਾਂ ਆਪਣੇ ਭੂਆ ਦੇ ਮੁੰਡੇ ਦੇ ਨਾਲ ਜ਼ਮੀਨ ਦੇ ਤਬਾਦਲੇ ਹੋਏ, ਉਹ ਲਿਆ ਕੇ ਕੱਢ ਕੇ FIR ਦਰਜ ਕਰਤੀ। FIR ਨੰਬਰ 30 ਪੁਲਿਸ ਸਟੇਸ਼ਨ ਭੁਲੱਥ ਦੇ ਵਿੱਚ। ਔਰ ਉਹਦੇ ਚੋਂ DIG ਦਾ ਨਾਮ ਕੀਤਾ ਸਵਪਨ। ਜ਼ਿਲ੍ਹੇ ਦਾ SSP ਬਾਈਪਾਸ ਹੀ ਕਰਤਾ, ਉਹਨੂੰ ਪੁੱਛਦੇ ਹੀ ਨਹੀਂਗੇ, ਸਿੱਧਾ ਹੀ DIG ਲੱਗਿਆ ਹੋਇਆ ਕਿ ਕਿਸੇ ਤਰੀਕੇ ਨਾਲ ਮੈਨੂੰ ਕਮਿਸ਼ਨਰ ਬਣਾ ਦੇਣ ਛੇਤੀ ਨਾਲ। ਹਾਲਾਂਕਿ ਉਹਦੇ ਵੀ ਮੇਰੇ ਕੋਲ ਬਹੁਤ ਘੁਟਾਲੇ ਨੇ, ਬਹੁਤ ਸਾਰੇ ਗਲਤ ਲੋਕਾਂ ਨੂੰ ਫਰੇਮ ਕੀਤਾ ਝੂਠੇ ਮੁਕੱਦਮਿਆਂ ਦੇ ਵਿੱਚ। ਆਈ ਹੈਵ ਲੋਟ ਆਫ ਐਵੀਡੈਂਸ ਅਗੇਂਸਟ ਦੈਟ DIG ਸਵਪਨ ਸ਼ਰਮਾ। ਇਹਨਾਂ ਦਾ ਕੰਮ ਇਹ ਕਰ ਰਹੇ ਨੇ। ਔਰ ਉਸ ਮੁਕੱਦਮੇ ਵਿੱਚ ਕੱਲ ਮਾਨਯੋਗ ਹਾਈ ਕੋਰਟ ਨੇ, ਪਰਮਾਤਮਾ ਵਾਹਿਗੁਰੂ ਦੀ ਕਿਰਪਾ ਨਾਲ, ਮੇਰੇ ਜਿਹੜੇ ਸਭ ਤੋਂ ਵੱਡੀ ਮੇਰੇ ਸਕੀ ਭੈਣ ਹੈਗੀ ਆ, ਉਹਨਾਂ ਦੀ 72 ਸਾਲ ਏਜ ਆ। ਸ਼ੀ ਇਜ਼ ਅ ਵਾਈਫ ਆਫ ਐਨ ਐਕਸ ਕੈਪਟਨ ਆਫ ਦੀ ਨੇਵੀ, ਜਿਹੜਾ ਫੁੱਲ ਕਰਨਲ ਦੇ ਬਰਾਬਰ ਦਾ ਰੈਂਕ ਹੈ ਆਰਮੀ ਦੇ ਵਿੱਚ। ਉਹਨਾਂ ਨੂੰ ਕੱਲ ਹਾਈ ਕੋਰਟ ਨੇ ਉਸ ਜਿਹੜੀ ਮਨਘੜਤ ਝੂਠੀ FIR ਆ ਉਹਦੇ ਚ ਮੈਨੂੰ ਉਹਨਾਂ ਦੀ ਇਨਵੈਸਟੀਗੇਸ਼ਨ ਸਟੇ ਕਰ ਦਿੱਤੀ ਹੈ। ਔਰ ਮੈਨੂੰ ਐਂਟੀਸਪੇਟਰੀ ਬੇਲ ਪਹਿਲਾਂ ਦੇ ਚੁੱਕਾ। ਇਸ ਫਰਜੀ ਸਰਕਾਰ ਨੇ 3 ਮੁਕੱਦਮੇ ਪਿਛਲੇ 16 ਮਹੀਨਿਆਂ ਵਿੱਚ ਮੇਰੇ ਖਿਲਾਫ ਕੀਤੇ ਨੇ, ਜਸਟ ਵਿਦ ਦੀ ਏਮ ਕਿ ਕਿਸੇ ਤਰੀਕੇ ਨਾਲ ਸੁਖਪਾਲ ਸਿੰਘ ਖਹਿਰਾ ਨੂੰ ਡਰਾ ਲਓ, ਧਮਕਾ ਲਓ, ਬਾਂਹ ਮਰੋੜ ਦਿਓ, ਫੜ ਕੇ ਅੰਦਰ ਦੇ ਦਿਓ। ਇਹ ਬਦਲਾਖੋਰੀ ਨਹੀਂ ਤੇ ਹੋਰ ਕੀ ਹੈਗੀ? ਸਾਡੇ ਖਿਲਾਫ 50-50 ਸਾਲ ਪੁਰਾਣੇ ਰਿਕਾਰਡ ਕੱਢ ਕੇ ਤੇ ਜਿਹੜੇ ਇਹਨਾਂ ਦੇ ਬੰਦੇ ਰੋਜ਼ ਸ਼ਰੇਆਮ ਕਰ ਰਹੇ ਨੇ ਘੁਟਾਲੇ ਔਰ ਠੱਗੀਆਂ ਤੇ ਠੋਰੀਆਂ ਮਾਰ ਰਹੇ ਨੇ ਤੇ ਨਜਾਇਜ਼ ਕਬਜ਼ੇ ਕਰ ਰਹੇ ਨੇ। ਨਾ ਕਟਾਰੂ ਚੱਕ ਦੇ ਖਿਲਾਫ ਕਾਰਵਾਈ ਤੇ ਨਾ ਉਹ ਮਿਨਿਸਟਰ ਜਿਹਨੇ ਫੈਸਿਲਿਟੇਟ ਕੀਤੀ ਪੋਸਟਿੰਗ ਉਹਨੂੰ ਔਰ ਉਹਨੂੰ ਪ੍ਰਮੋਟ ਹੋਣ ਦਿੱਤਾ ਤੇ ADC ਦਾ ਚਾਰਜ ਦਿੱਤਾ। somebody has got to give all the answers to the questions raised in public domain by different media and also different organizations and different opposition parties in Punjab. ਸ਼ਰਾਬ ਦਾ ਠੇਕਾ ਖੋਲਿਆ ਗਿਆ ਪਹਿਲਾਂ,
ਵੂਮਨ ਫ੍ਰੈਂਡਲੀ ਠੇਕਾ। ਹਾਂ, ਮੈਂ ਦੇਖ ਰਿਹਾ ਸੀ ਅੱਜ, ਬੜੀ ਅਫਸੋਸ ਜਿਹਾ ਲੱਗਿਆ ਮੈਨੂੰ ਕਿ ਠੀਕ ਆ, ਮਤਲਬ ਭਾਵਾਂ ਕਿ ਐਲਕੋਹਲ ਜਿਹੜੀ ਹੈਗੀ ਆ ਉਹ ਮਨਜ਼ੂਰਸ਼ੁਦਾ ਇੱਕ ਆਪਣੇ ਆਪਾਂ ਕਹਿ ਸਕਦੇ ਹਾਂ ਕਿ ਇੱਕ ਡਰੱਗ ਹੈਗਾ ਵਾ, ਪਰ ਅਲਟੀਮੇਟਲੀ ਹੈ ਡਰੱਗ ਹੀ ਆ। ਜਿਹੜਾ ਕੇਜਰੀਵਾਲ ਕਹਿੰਦਾ ਸੀ 3 ਮਹੀਨਿਆਂ 'ਚ ਮੈਂ ਨਸ਼ੇ ਬੰਦ ਕਰ ਦੂੰਗਾ, ਉਹ ਨੌਬਤ ਇਹ ਆ ਗਈ ਕਿ ਔਰਤਾਂ ਵਾਸਤੇ ਪੰਜਾਬ ਦੇ ਵਿੱਚ ਠੇਕੇ ਖੋਲੇ ਜਾ ਰਹੇ। ਇਹ ਬਹੁਤ ਇਹ ਆਪਣੇ ਆਪ 'ਚ ਸ਼ਰਮਨਾਕ ਗੱਲ ਆ। ਆਈ ਡੋਂਟ ਥਿੰਕ, ਇਫ ਆਈ ਐਮ ਨਾਟ ਰੋਂਗ, ਕਿ ਸ਼ਾਇਦ ਇਦਾਂ ਦੇ ਐਕਸਕਲੂਸਿਵ ਠੇਕੇ ਔਰਤਾਂ ਦੇ ਜਿਹੜਾ ਵੈਸਟਰਨ ਵਰਲਡ ਆ ਉੱਥੇ ਵੀ ਸ਼ਾਇਦ ਨਾ ਹੋਣਗੇ। ਪਰਚੇਸ ਕਰਨ ਦੀ ਮਨਾਹੀ ਕਿਸੇ ਨੂੰ ਨਹੀਂ ਗੀ। ਔਰ ਡਰੱਗਸ ਦੀ ਗੱਲ ਤੁਸੀਂ ਕੀਤੀ ਆ, ਮੈਂ ਹੁਣ ਕਹਿਣਾ ਚਾਹੁੰਦਾ ਕਿ ਪਰਸੋਂ ਨੂੰ ਭੋਗ ਆ, ਸ਼ਾਇਦ ਮੈਂ ਜਾਊਂਗਾ ਉੱਥੇ। ਢਿਲਵਾਂ ਖੁਰਦ ਪਿੰਡ ਹੈਗਾ ਫਰੀਦਕੋਟ ਜ਼ਿਲ੍ਹੇ 'ਚ, ਜਿਹੜੇ ਵਿਚਾਰੇ ਕਮੇਟੀਆਂ ਬਣਾਈਆਂ ਪਿੰਡਾਂ 'ਚ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡਾਂ 'ਚ ਲੋਕਾਂ ਨੂੰ ਮੋਟੀਵੇਟ ਕਰਨਾ ਵਾ, ਪ੍ਰਚਾਰ ਕਰਨਾ, ਨਸ਼ੇ ਵਿਕਣ ਨਹੀਂ ਦੇਣੇ। ਉਸ ਪਿੰਡ ਦਾ ਇੱਕ ਨੌਜਵਾਨ ਢਿਲਵਾਂ ਦਾ ਫਰੀਦਕੋਟ ਦਾ ਗੋਲੀ ਮਾਰ ਕੇ ਮਾਰ ਦਿੱਤਾ ਉਦੋਂ ਹੀ ਸ਼ਾਮ ਨੂੰ, ਜਦੋਂ ਉਸ ਕਮੇਟੀ ਨੇ ਆਪਣੇ ਪਿੰਡ ਵਿੱਚ ਪ੍ਰਚਾਰ ਕੀਤਾ ਕਿ ਨਸ਼ਾ ਦੇ। ਚੁੱਪ ਬੈਠੇ ਨੇ। ਮੇਰੀ ਕਨਸਟੀਟੂਐਂਸੀ 'ਚ ਰਾਏਪੁਰ ਪੀਰਬਖਸ਼ ਵਾਲਾ ਪਿੰਡ ਆ, 9 ਤਰੀਕ ਨੂੰ ਭੋਗ ਅਟੈਂਡ ਕਰਕੇ ਆਇਆ ਪਰਸੋਂ। 2 ਨੌਜਵਾਨ ਇਕੱਠੇ ਓਵਰਡੋਜ਼ ਕਰਕੇ ਹਮੀਰਾ ਜੀਟੀ ਰੋਡ ਜਲੰਧਰ ਅੰਮ੍ਰਿਤਸਰ ਸੜਕ ਦੇ ਉੱਤੇ ਮਰੇ ਪਾਏ ਗਏ ਨੇ, ਇਕੱਠੇ ਹੀ ਦੋਨੋਂ ਹੀ, ਬਿਕੋਜ਼ ਦੇ ਇੰਜੈਕਟਡ ਸਮ ਕਾਈਂਡ ਆਫ ਪੋਇਜ਼ਨ। ਜਿਹੜਾ ਇਹ ਚਿੱਟਾ ਵਗੈਰਾ ਕਹਿੰਦੇ ਨੇ ਅਸਲ ਵਿੱਚ ਜ਼ਹਿਰ ਆ, ਤੇ ਬੱਚੇ ਜਿਹੜੇ ਨੇ ਉਹ ਜ਼ਹਿਰ ਇੰਜੈਕਟ ਕਰ ਰਹੇ। ਕੋਈ ਸਵਾਲ ਨਹੀਂ ਪੁੱਛ ਰਿਹਾ, ਕੋਈ ਜਵਾਬ ਹੀ ਨਹੀਂ ਦੇ ਰਿਹਾ, ਕੋਈ ਬੋਲ ਹੀ ਨਹੀਂ ਰਿਹਾ ਕਿ ਪੰਜਾਬ ਦੇ ਵਿੱਚ ਨਸ਼ੇ ਨੇ। ਜੇ ਪੰਜਾਬ ਦੇ ਵਿੱਚ ਫਲੱਡਸ ਦੀ ਗੱਲ ਹੈ, ਇੱਕ ਦਿਨ ਪਜਾਮਾ ਲਵੇੜ ਕੇ ਮੁੜ ਕੇ ਭੱਜ ਗਿਆ ਭਗਵੰਤ ਮਾਨ, ਅੱਜ ਤਾਂ ਹੀ ਨਹੀਂ ਲੱਭਿਆ। ਅਖੇ ਮੈਂ ਬੱਕਰੀਆਂ ਦੇ ਪੈਸੇ ਦਊਂਗਾ, ਮੈਂ ਮੁਰਗੀਆਂ ਦੇ ਪੈਸੇ ਦਊਂਗਾ, ਕਿੱਥੇ ਆ? ਔਰ ਉਹ ਤੋਂ ਪਹਿਲਾਂ ਜਿਹੜਾ ਮੁਆਵਜ਼ਾ ਪੈਂਡਿੰਗ ਹੈ ਹਲੇ, ਪਿਛਲੇ ਸਾਲ ਦਾ ਕਣਕ ਦਾ ਖਰਾਬਾ ਜਿਹੜਾ ਕਹਿੰਦਾ ਸੀ ਗੁਰਦੌਰੀਆਂ ਦੀ ਤਾਂ ਲੋੜ ਹੀ ਨਹੀਂ ਗੀ, ਵਿਸਾਖੀ ਵਾਲੇ ਦਿਨ ਤੋਂ ਪਹਿਲਾਂ ਪਾ ਦਿਆਂਗੇ ਪੈਸੇ, ਅੱਜ ਲੱਭਦੇ ਨੇ ਪੈਸੇ। ਉਸ ਤੋਂ ਪਹਿਲਾਂ ਜਿਹੜਾ ਨਰਮਾ ਖਰਾਬ ਹੋਇਆ ਗੁਲਾਬੀ ਸੁੰਡੀ ਦੇ ਕਰਕੇ ਮਾਲ ਵਿੱਚ, ਕੋਈ ਮੁਆਵਜ਼ਾ ਨਹੀਂ। ਉਸ ਤੋਂ ਬਾਅਦ ਜਿਹੜਾ ਝੋਨਾ ਖਰਾਬ ਹੋਇਆ ਪਿਛਲੇ ਸਾਲ ਦਾ, ਉਹਦਾ ਕੋਈ ਮੁਆਵਜ਼ਾ ਨਹੀਂ। ਔਰ ਇਸ ਮੁਆਵਜ਼ੇ ਵਿੱਚ ਮੈਂ ਹੈਰਾਨ ਆ ਕਿ ਭਗਵੰਤ ਕਹੀ ਜਾਂਦਾ ਮੁਆਵਜ਼ੇ ਦੀ ਲੋੜ ਹੀ ਨਹੀਂ ਗੀ, ਅਸੀਂ ਸਾਡੇ ਕੋਲ ਤਾਂ ਪੈਸੇ ਬਹੁਤ, ਅਸੀਂ ਕੇਂਦਰ ਨੂੰ ਕਹਿਣਾ ਹੀ ਕੁਝ ਨਹੀਂ, ਮੰਗਣੇ ਹੀ ਨਹੀਂਗੇ। ਤੇ ਮਿਨਿਸਟਰ ਕਹੀ ਜਾਂਦੇ ਨਹੀਂ ਜੀ 1500 ਕਰੋੜ ਰੁਪਏ ਦੀ ਅਸੀਂ ਪ੍ਰਪੋਜ਼ਲ ਭੇਜਤੀ ਹੈ ਕੇਂਦਰ ਸਰਕਾਰ ਨੂੰ। ਇੱਕੋ ਕੈਬਨਿਟ ਮੀਟਿੰਗ 'ਚੋਂ ਭਗਵੰਤ ਮਾਨ ਕਹਿੰਦਾ ਸਾਡੇ ਕੋਲ ਬਹੁਤ ਪੈਸਾ ਵਾ, ਸਾਨੂੰ ਪੈਸੇ ਦੀ ਲੋੜ ਨਹੀਂ ਗੀ, ਤੇ ਅਗਲੇ ਦਿਨ ਹੀ 2000 ਕਰੋੜ ਰੁਪਏ ਕਰਜ਼ਾ ਚੱਕਿਆ ਰਿਜ਼ਰਵ ਬੈਂਕ ਆਫ ਇੰਡੀਆ ਤੋਂ। ਹੁਣੇ ਹੀ ਇੱਕ ਪਾਸੇ ਕਹਿੰਦੇ ਸਾਨੂੰ ਪੈਸੇ ਦੀ ਲੋੜ ਨਹੀਂ ਗੀ, ਇੱਕ ਪਾਸੇ 2000 ਕਰੋੜ ਚੱਕ ਰਹੇ ਨੇ, ਤੇ ਉਹਨਾਂ ਦੇ ਮਿਨਿਸਟਰ ਬਾਹਰ ਨਿਕਲ ਕੇ ਕਹਿੰਦੇ ਨੇ ਕਿ ਸਾਡੇ ਕੋਲ ਪੈਸਾ ਕੋਈ ਨਹੀਂਗਾ, ਅਸੀਂ 1500 ਕਰੋੜ ਰੁਪਈਆ ਮੁਆਵਜ਼ੇ ਦੀ ਇੱਕ ਪ੍ਰਪੋਜ਼ਲ ਬਣਾ ਕੇ ਕੇਂਦਰ ਸਰਕਾਰ ਦੇ ਕੋਲ। ਔਰ ਮੈਂ ਕਹਿਣਾ ਚਾਹੁੰਦਾ ਚੀਫ ਮਿਨਿਸਟਰ ਨੂੰ ਕਿ ਅਸੀਂ ਕੋਈ ਆਸਾਨ ਮੰਗ ਰਹੇ ਹਾਂ ਕੇਂਦਰ ਦੀ ਸਰਕਾਰ ਕੋਲ, ਸਾਡਾ ਪੈਸਾ ਵਾ, ਕੱਲਾ ਕੱਲਾ ਬਸ਼ਰ ਪੰਜਾਬ ਦਾ, ਗਰੀਬ ਤੋਂ ਲੈ ਕੇ ਅਮੀਰ, GST ਤੋਂ ਲੈ ਕੇ ਇਨਕਮ ਟੈਕਸ ਤੋਂ ਲੈ ਕੇ ਐਕਸਾਈਜ਼ ਤੋਂ ਲੈ ਕੇ ਕਿਹੜਾ ਟੈਕਸ ਉਹ ਨਹੀਂ ਭਰਦਾ ਅੱਜ ਪੰਜਾਬ ਦਾ ਬਸ਼ਿੰਦਾ। ਇਹ ਜਿਹੜਾ ਕੇਂਦਰ ਦੇ ਕੋਲ ਪੈਸਾ ਪਿਆ ਸਾਰਾ, ਇਹ ਸਾਡਾ ਪੈਸਾ ਵਾ, ਸੂਬਿਆਂ ਦਾ ਪੈਸਾ ਵਾ। ਜੇ ਚੀਫ ਮਿਨਿਸਟਰ ਨੂੰ ਇੰਨੀ ਸਮਝ ਨਹੀਂ ਗਈ ਕਿ ਮੈਂ ਆਪਣੇ ਅਧਿਕਾਰ ਦਾ ਪੈਸਾ ਮੰਗਣ ਵਿੱਚ ਮੈਨੂੰ ਕੋਈ ਸ਼ਰਮ ਨਹੀਂ ਆਉਣੀ ਚਾਹੀਦੀ, ਸਿਰਫ ਬਾਹਰ ਲੋਕਾਂ ਨੂੰ ਝੂਠ ਬੋਲਣ ਵਾਸਤੇ ਕਿ ਜੀ ਪਹਿਲੀਆਂ ਸਰਕਾਰਾਂ ਕਹਿੰਦੀਆਂ ਖਜ਼ਾਨਾ ਖਾਲੀ ਆ, ਸਾਡਾ ਤਾਂ ਖਜ਼ਾਨਾ ਭਰਿਆ। ਜੇ ਭਰਿਆ ਵਾ ਤੇ ਅੱਜ ਤੋਂ ਚੰਦ ਦਿਨ ਪਹਿਲਾਂ 2000 ਕਰੋੜ ਰੁਪਏ ਦਾ RBI ਤੋਂ ਨਵਾਂ ਕਰਜ਼ਾ ਕਿਉਂ ਚੁੱਕਿਆ। ਔਰ ਮੈਂ ਕਹਿਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਕਿ ਪਿਛਲੇ 1 ਵਰੇ ਦੇ ਵਿੱਚ ਇਹਨਾਂ ਨੇ ਅਪਰੋਕਸੀਮੇਟਲੀ 40,000 ਕਰੋੜ ਰੁਪਇਆ ਤੁਹਾਡੇ ਤੇ ਹੋਰ ਚੜ੍ਹ ਦਿੱਤਾ ਵਾ, 40,000 ਕਰੋੜ ਰੁਪਇਆ। ਔਰ ਅਗਰ ਇਸ ਸਪੀਡ ਤੇ ਚੱਲੇ, ਇਹ ਜਾਣ ਤੋਂ ਪਹਿਲਾਂ ਜਿਹੜਾ 3 ਲੱਖ ਕਰੋੜ ਦਾ ਕਰਜ਼ਾ ਸੀਗਾ ਉਹਦੇ 'ਚ ਵਾਧਾ ਕਰਕੇ 5 ਲੱਖ ਕਰੋੜ ਰੁਪਇਆ ਛੱਡ ਕੇ ਜਾਣਗੇ। ਥੋੜੀਆਂ ਚੀਜ਼ਾਂ ਮੁਫਤ ਤੁਹਾਨੂੰ ਦੇ ਸਕਦੇ ਨੇ, ਐਂਡ ਆਫ ਦ ਡੇ ਅਗਰ ਤੁਹਾਨੂੰ ਇਸ ਹੱਥ ਕੋਈ ਚੀਜ਼ ਮੁਫਤ ਦਿੰਦੇ ਨੇ ਤੇ ਇਸੇ ਹੱਥ ਸਰਕਾਰ ਲੈ ਲੈਂਦੀ ਆ। ਤੁਹਾਨੂੰ ਫਰਜ਼ ਕਰੋ ਬਿਜਲੀ ਬਿੱਲਾਂ ਦੇ ਵਿੱਚ ਰਾਹਤ ਦਿੱਤੀ ਆ, ਕੀ ਤੁਹਾਡਾ ਪੈਟਰੋਲ ਤੇ ਡੀਜ਼ਲ ਤੇ ਵੈਟ ਨਹੀਂ ਵਧਾਇਆ? ਕਿਹੜਾ ਬੰਦਾ ਜਿਹੜਾ ਸਕੂਟਰ ਤੋਂ ਲੈ ਕੇ ਮੋਟਰਸਾਈਕਲ ਤੋਂ ਲੈ ਕੇ ਆਟੋ ਤੋਂ ਲੈ ਕੇ ਟਰੱਕ ਤੱਕ ਜਾਂ ਗੱਡੀ ਤੱਕ ਆਪਣੀ ਗੱਡੀ ਨਹੀਂ ਚਲਾਉਂਦਾ? ਜਿਹੜੀ 1500 2000 ਦੀ ਸਹੂਲਤ ਕਿਸੇ ਨੂੰ ਘਰ ਦੀ ਦਿੱਤੀ ਮਹੀਨੇ ਦੀ, ਉਹ ਤਾਂ ਪੈਟਰੋਲ ਦੀ ਸ਼ਕਲ 'ਚ ਹੀ ਲੈ ਲਈ ਹੈ ਵਾਪਸ। ਔਰ ਇਹ ਸ਼ਾਇਦ ਦੂਸਰੀ ਜਾਂ ਤੀਸਰਾ ਵਾਧਾ ਵਾ ਪੈਟਰੋਲ ਤੇ ਡੀਜ਼ਲ ਦੇ ਦਾਮਾਂ ਦੇ ਵਿੱਚ। ਐਂਡ ਸਿਮਿਲਰਲੀ ਫॉर ਇਲੈਕਟ੍ਰਿਸਿਟੀ ਟੈਰਿਫਸ ਆਲਸੋ। ਆ ਪੈਨਸ਼ਨ ਤੇ ਲਾਤਾ 200 ਰੁਪਏ ਦਾ ਟੈਕਸ, ਇਧਰੋਂ ਦਿੰਦੇ ਨੇ, ਇਧਰੋਂ ਤੁਹਾਡੇ ਤੋਂ ਖੋਹ ਲੈਂਦੇ ਨੇ। ਹਾਂਜੀ ਸਰ, ਤੁਹਾਡੇ ਦਾਅਵਿਆਂ ਨੂੰ ਜੇ ਆਪਾਂ ਖੁਲਾਸੇ ਮੰਨ ਲਈਏ ਤਾਂ ਨੈਸ਼ਨਲ ਫਰੰਟ ਤੇ ਇੱਕ ਤਰੀਕੇ ਦਾ ਪੈਚਅਪ ਹੋ ਰਿਹਾ, ਲੋਕ ਇਹ ਵੀ ਕਨਫਿਊਜ਼ ਨੇ ਕੌਣ ਕਿਸ ਦੇ ਨਾਲ ਆ ਕੌਣ ਕਿਸ ਦੇ ਖਿਲਾਫ। ਦੇਖੋ ਮੈਨੂੰ ਆਪਣੀ ਅੱਛੀ ਤਰ੍ਹਾਂ ਕਲੈਰੀਫਾਈ ਕਰ ਲੈਣ ਦਿਓ। ਇੱਕ ਨੈਸ਼ਨਲ ਲੈਵਲ ਤੇ BJP ਦੇ ਖਿਲਾਫ ਸਾਰਾ ਦੇਸ਼ ਇਕਜੁੱਟ ਹੋ ਰਿਹਾ। ਤੁਸੀਂ ਮਨੀਪੁਰ ਵਿੱਚ ਦੇਖਿਆ ਕੀ ਹੋਇਆ? ਔਰਤਾਂ ਦੇ ਬਲਾਤਕਾਰ, ਔਰਤਾਂ ਨੂੰ ਨੰਗਾ ਪਰੇਡ, ਔਰਤਾਂ ਨੂੰ ਦੇ ਕਤਲੋ ਗਾਰਤ, ਕਿੰਨੇ ਬੰਦੇ ਮਰ ਗਏ ਨੇ, 100-150 ਤੋਂ ਆਦਮੀ ਜ਼ਿਆਦਾ ਮਰ ਗਿਆ ਵਾ। ਔਰ ਇਸ ਤੋਂ ਇਲਾਵਾ ਜੋ ਗੈਰ ਸੰਵਿਧਾਨਿਕ ਜੋ ਏਜੰਸੀਆਂ ਦਾ ਦੁਰਉਪਯੋਗ ਪਿਛਲੇ ਸਾਲਾਂ ਤੋਂ, CBI, ED, ਇਨਕਮ ਟੈਕਸ, ਸਾਰੇ ਚੁਣ ਕੇ ਲੋਕਾਂ ਨੂੰ ਟੰਗਿਆ ਜਾ ਰਿਹਾ। ਕਾਰਪੋਰੇਟਾਂ ਨੂੰ ਫਾਇਦਾ ਦਿੱਤਾ ਜਾ ਰਿਹਾ। ਪਿਛਲੇ 5 ਸਾਲਾਂ 'ਚ
ਮੋਦੀ ਸਰਕਾਰ ਨੇ 10 ਲੱਖ ਕਰੋੜ ਰੁਪਇਆ ਚੰਦ ਕਾਰਪੋਰੇਟ ਘਰਾਣਿਆਂ ਦਾ ਮਾਫ ਕੀਤਾ ਵਾ। ਮਿਸਯੂਜ਼ ਐਂਡ ਜਦੋਂ ਅਨਕਨਸਟੀਟਿਊਸ਼ਨਲ ਮੂਵਮੈਂਟ ਹੋ ਰਹੀ ਆ, ਗਵਰਨੈਂਸ ਹੋ ਰਹੀ ਆ, ਤਾਂ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ, ਉਹਦੇ ਵਿੱਚ ਆਮ ਆਦਮੀ ਤੇ ਕਾਂਗਰਸ ਵੀ ਇਕੱਠੀ ਹੋ ਗਈ ਹੈ। ਪਰੰਤੂ ਪੰਜਾਬ ਦੇ ਵਿੱਚ ਵੀ ਵਿਲ ਕੰਟੀਨਿਊ ਟੂ ਅਪੋਜ਼ ਦਿਸ ਗਵਰਨਮੈਂਟ ਆਮ ਆਦਮੀ ਪਾਰਟੀ ਦੀ, ਭਗਵੰਤ ਮਾਨ ਦੀ। ਇਹ ਫॉर श्योर ਸ਼ਾਟ ਹੈਗਾ ਵਾ। ਸਾਡੇ ਯੂਨਿਟ ਨੇ ਆਪਣੀ ਹਾਈ ਕਮਾਂਡ ਨੂੰ ਅੱਛੀ ਤਰ੍ਹਾਂ ਪਾਰਟੀ ਲੀਡਰਸ਼ਿਪ ਨੂੰ ਕਹਿ ਦਿੱਤਾ ਹੋਇਆ ਵਾ। ਕਿਸੇ ਤਰ੍ਹਾਂ ਦਾ ਹਲੇ ਕੋਈ ਇਦਾਂ ਦੇ ਸੰਕੇਤ ਨਹੀਂ ਹੈਗੇ। ਜਦੋਂ ਆਉਣਗੇ ਵੀ ਦੇਖਾਂਗੇ, ਫਿਰ ਆਪਾਂ ਦੱਸਾਂਗੇ ਕਿ ਕੀ ਕਰਨਾ। ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਨੇ, ਆਪਦੇ ਹੇਠਾਂ ਲੈ ਲਿਆ। ਇਹ ਆਰਟੀਕਲ 29 ਦੇਖੀ, ਉਸ ਵਿੱਚ ਪੋਸੀਬਿਲਿਟੀ ਨਹੀਂ ਹੈਗੀ। ਅਕਾਲੀ ਦਲ ਨੇ ਪਹਿਲਾਂ ਭੰਗ ਕੀਤੀਆਂ ਸੀ, ਕਿੱਦਾਂ ਦੇਖਦੇ ਹੋ? ਪੰਚਾਇਤਾਂ ਸਾਰੀਆਂ ਭੰਗ ਹੋ ਗਈਆਂ। ਦੇਖੋ, ਇਹ 31 ਦਸੰਬਰ ਨੂੰ ਇਲੈਕਸ਼ਨ। ਮੇਰਾ ਖਿਆਲ ਹੈ ਕਿ ਇਹ ਦਿਸ ਇਜ਼ ਸਬਜੈਕਟ ਟੂ ਸਮ ਲੀਗਲ ਓਪੀਨੀਅਨ। ਮੈਨੂੰ ਇਹਦੇ ਬਾਰੇ ਬ੍ਰੌਡਲੀ ਨਹੀਂ ਪਤਾ, ਪਰ ਇੱਕ ਗੱਲ ਮੈਂ ਕਹਿ ਸਕਦਾ ਕਿ 31 ਦਸੰਬਰ ਨੂੰ ਜਿਹੜੀ ਪੰਚਾਇਤ ਦੀ ਚੋਣ ਰੱਖੀ ਆ, ਸ਼ਾਇਦ ਭਗਵੰਤ ਮਾਨ ਨੂੰ ਇਤਿਹਾਸ ਬਾਰੇ ਨਹੀਂ ਪਤਾ, ਉਹ ਸਾਡਾ ਸਭ ਤੋਂ ਜ਼ਿਆਦਾ ਸ਼ਹੀਦੀ ਹਫਤਾ ਵਾ। ਉਦੋਂ 25, 26, 27, 28 ਇਹ ਸਾਰੇ ਦਿਨ ਜਿਹੜੇ ਨੇ ਇਹ ਸਾਹਿਬਜ਼ਾਦਿਆਂ ਦੀ ਸ਼ਹਾਦਤ ਆ। ਤੇ ਉਦਣ ਫਿਰ ਸ਼ਰਾਬਾਂ ਚੱਲਣਗੀਆਂ ਪੰਜਾਬ ਦੇ ਵਿੱਚ। ਦਿਸ ਇਜ਼ ਵਾਟ ਭਗਵੰਤ ਮਾਨ ਆਮ ਆਦਮੀ ਪਾਰਟੀ ਵਾਂਟਸ ਇਨ ਪੰਜਾਬ। ਔਰ ਅਗਰ ਇਹਨਾਂ ਨੇ ਇੱਕ ਸਿੰਗਲ ਆਰਡਰ ਦੇ ਨਾਲ ਇਹ ਸਾਰੀਆਂ ਭੰਗ ਕੀਤੀਆਂ ਨੇ, ਆਮ ਕੁਆਇਟ ਸ਼ੋਰ ਕਿ ਜਿਹਨਾਂ ਦੀ ਟੈਨਿਓਰ ਕੋਈ ਜ਼ਿਲ੍ਹਾ ਪ੍ਰੀਸ਼ਦ ਦੀਆਂ ਬਲਾਕ ਸਮਤੀਆਂ ਦੀ ਹੋਣਗੀ, ਦੇ ਵਿਲ ਅਪਰੋਚ ਦੀ ਨੈਸੈਸਰੀ ਫੋਰਮਸ ਆਫ ਹਾਈ ਕੋਰਟ ਐਟਸੈਟਰਾ ਜੀ। ਸਰ, ਜਿੰਨੇ ਵੀ ਤੁਸੀਂ ਹੁਣ ਤੱਕ ਇਲਜ਼ਾਮ ਲਾਏ ਜਾਂ ਇਹਨਾਂ ਬਾਰੇ ਦੱਸ ਰਹੇ ਹੋ ਜੀ, ਤੇ ਉਹਦੇ ਲਈ ਕੋਈ ਮੀਡੀਆ ਚਾਣ ਤੋਂ ਇਲਾਵਾ ਕੋਈ ਕਾਨੂੰਨੀ ਕਾਰਵਾਈ ਜਾਂ ਕੋਰਟ ਦਾ ਕੋਈ ਦਰਵਾਜ਼ਾ ਖੜਕਾ ਰਹੇ ਹੋ? ਜਿੱਥੇ ਜਿੱਥੇ ਮੇਰਾ ਕੋਈ ਵਸ ਚੱਲਦਾ, ਹੁਣ ਇੱਕ ਮੈਂ ਕੰਪਲੇਂਟ ਲੋਕਪਾਲ ਦੇ ਦਿੱਤੀ ਹੋਈ ਆ, ਠੀਕ ਹੈ। ਦੂਜਾ, ਆਪਣੇ ਆਪ ਨੂੰ ਅਸੀਂ ਡਿਫੈਂਡ ਕਰ ਰਹੇ ਹਾਂ। ਸਾਡੇ ਤੇ 3 ਪਰਚੇ ਦੇ ਕੀਤੇ, ਮੈਂ ਕਾਨੂੰਨ ਵੱਲ ਹੀ ਜਾ ਰਿਹਾ ਵਾਂ। ਤੀਸਰਾ, ਇਹ ਜਿਹੜੇ ਮਸਲੇ ਨੇ, ਇਹ ਪਹਿਲਾਂ ਵੀ ਹੈਵ ਟੂ ਅਪਰੋਚ ਦ ਗਵਰਨਮੈਂਟ। ਜਿੱਦਾਂ ਹੁਣ ਆ ਘਰ ਅਸੀਂ ਸਿੱਧਾ ਲੈ ਕੇ ਚੱਲ ਜਾਾਂਗੇ ਹਾਈ ਕੋਰਟ, ਫਰਜ਼ ਕਰੋ ਆ ਨਜਾਇਜ਼ ਕਬਜ਼ਾ, ਉਹ ਕਹਿਣਗੇ ਤੁਸੀਂ ਕਿਤੇ ਥੱਲੇ ਰੈਪਰੈਜ਼ੈਂਟੇਸ਼ਨ ਦਿੱਤੀ ਕਿਸੇ ਨੂੰ। ਇਸ ਕਰਕੇ ਭਗਵੰਤ ਮਾਨ ਚੀਫ ਮਿਨਿਸਟਰ ਪੰਜਾਬ ਦੀ ਉਹਨੂੰ ਰੈਪਰੈਜ਼ੈਂਟੇਸ਼ਨ ਦੇ ਰਿਹਾ। ਸਾਡੀ ਕੋਸ਼ਿਸ਼ ਤਾਂ ਇਹੀ ਹੁੰਦੀ ਕਿ ਜਿਹੜੀ ਵੀ ਲੜਾਈ ਮੁੱਦਾ ਚੱਕੀਏ ਉਹ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਾਈਏ। ਲੋੜ ਪਈ ਤਾਂ ਆਉਣ ਵਾਲੇ ਸਮੇਂ 'ਚ ਸਾਰੇ ਮੁੱਦੇ ਹੌਲੀ ਹੌਲੀ ਉੱਤੇ ਲੈ ਕੇ ਜਾਵਾਂਗੇ। ਕਹਿੰਦੇ ਤਾਂ ਤੁਸੀਂ ਸਿੱਖ ਮਸਲੇ ਐਡਰੈਸ ਕਰਦੇ ਰਹਿੰਦੇ ਹੋ, ਤਾਂ ਕਿ ਹਜ਼ੂਰ ਸਾਹਿਬ ਦੇ ਵਿੱਚ ਆਈਐਸ ਅਫਸਰ ਜਿਹੜੇ ਨੇ ਰਾਮ ਉਹਨਾਂ ਨੂੰ ਲਗਾਇਆ ਗਲਤ ਲਾਇਆ ਜੀ। ਭਾਵਾਂ ਕਿ ਸਾਡਾ ਸ਼੍ਰੋਮਣੀ ਅਕਾਲੀ ਦਲ ਜਾਂ ਐਸਜੀਪੀਸੀ ਨਾਲ ਕੋਈ ਸਰੋਕਾਰ ਨਹੀਂਗਾ, ਬਟ ਦੇ ਕੈਨੋਟ, no government should what should I say, unilaterally appoint any non-Sikh people to Sikh shrine boards। ਜਿੱਥੇ ਤੁਸੀਂ ਕਹਿ ਰਹੇ ਹਜੂਰ ਸਾਹਿਬ ਦੇ ਤਖਤ ਤੇ ਇੱਕ ਗੈਰ ਸਿੱਖ ਨੂੰ ਲਾਉਣਾ ਵੈਸੇ ਹੀ ਗਲਤ ਆ। ਕੱਲ ਨੂੰ ਫਰਜ਼ ਕਰੋ ਕਿਸੇ ਹਿੰਦੂ ਮੰਦਿਰ ਦੇ ਉੱਤੇ ਅਸੀਂ ਕੋਈ ਉੱਥੇ ਮੁਸਲਮਾਨ ਬਿਠਾ ਦਾਂਗੇ ਜਾ ਕੇ, ਕੋਈ ਚੰਗਾ ਲੱਗੇਗਾ? ਇਹ ਤਾਂ ਵੈਸੇ ਕਾਮਨ ਸੈਂਸ ਹੀ ਕਹਿੰਦੀ ਹੈ। ਇਸ ਨੂੰ ਮੈਂ ਕੰਡੈਮ ਕਰਦਾ ਔਰ ਇਹ ਗਲਤ ਹੈ ਬਿਲਕੁਲ। ਹੁਣ ਇਸ ਪੰਜਾਬੀ ਬੁਲੇਟਿਨ ਵਿੱਚ ਬਸ ਇੰਨਾ ਹੀ। ਹੁਣ ਮੈਨੂੰ ਇਜਾਜ਼ਤ ਦਿਓ।